ਜਸ ਟੀਵੀ ਦੇਖ ਰਹੇ ਹੋ ਤੁਸੀਂ। मैं केपी सिंह टू द पॉइंट ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਅੰਮ੍ਰਿਤਸਰ ਦੇ ਵਿੱਚ ਇੱਕ ਐਨਕਾਊਂਟਰ ਹੋਇਆ ਅਟਾਰੀ ਦੇ ਪਿੰਡ ਭਖਣਾ 'ਚ। ਉਸ ਐਨਕਾਊਂਟਰ ਤੋਂ ਬਾਅਦ ਪੰਜਾਬ ਵਿੱਚ ਇੱਕ ਨਵੀਂ ਬਹਿਸ ਛਿੜ ਗਈ ਹੈ। ਇਸ ਐਨਕਾਊਂਟਰ ਦੇ ਵਿਚਾਲੇ ਪੰਜਾਬ ਸਰਕਾਰ ਨੇ, ਪੰਜਾਬ ਪੁਲਿਸ ਨੇ, DGP ਨੇ ਬਹੁਤ ਵੱਡੇ ਦਾਅਵੇ ਕੀਤੇ ਹੈ ਕਿ ਗੈਂਗਸਟਰਵਾਦ ਨੂੰ ਅਸੀਂ ਖਤਮ ਕਰਨਾ ਹੈ। ਤੇ ਵਿਰੋਧੀ ਧਿਰ ਹੈ ਜਿਹੜੀ ਉਹ ਸਵਾਲ ਚੁੱਕਣ ਲੱਗ ਪਈ ਹੈ ਕਿ एनकाउंटर की बजाय तुसीं उन्हां नूं जिंदा क्यों नहीं फड़िया गा। बहुत सारे सवाल ये पूछे जाण लग पे सिद्धू मूसेवाले के कतल तो बाद। ये सवाल पंजाब दे विच वड्डे तो वड्डे हुंदे जा रहे हैं ते हुण सवाल इत्थे आके रोकिया जदों पंजाब सरकार DGP आपदी फोर्स नूं थापड़ा दिंदे पे होण ते उस विचाले विरोधी सवाल चुकते पे होण ते फिर सवाल ये पुछना बनता है कि एनकाउंटर ही आखिरी हल। DGP ने की किया पहला सुन लीजिए। ਅੱਜ CM ਸਾਹਿਬ ਨੇ ਰਿਵਿਊ ਮੀਟਿੰਗ ਲਈ ਸੀ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਜ਼ਿਲ੍ਹਾ ਪੁਲਿਸ ਵੱਲੋਂ ਕੱਲ ਦਾ ਐਨਕਾਊਂਟਰ ਹੋਇਆ ਸੀ ਉਹਦੇ ਬਾਰੇ ਵਿਸਤਾਰਪੂਰਵਕ CM ਸਾਹਿਬ ਦੀ ਬਰੀਫਿੰਗ ਕੀਤੀ ਗਈ ਤੇ CM ਸਾਹਿਬ ਦੇ ਆਦੇਸ਼ਾਂ ਮੁਤਾਬਕ ਗੈਂਗਸਟਰਸ ਤੇ ਡਰੱਗਸ ਨੂੰ ਪੰਜਾਬ ਤੋਂ ਪੂਰੀ ਤਰ੍ਹਾਂ ਖਤਮ ਕਰਨ ਲਈ ਜਿਹੜੇ ਉਪਰਾਲੇ ਕੀਤੇ ਜਾ ਰਹੇ ਹੈਗੇ ਉਹਨਾਂ ਨੂੰ ਰਿਵਿਊ ਕੀਤਾ ਗਿਆ। ਅਸੀਂ ਡਿਟੇਲਡ ਦੇ ਵਿੱਚ ਆਪਰੇਸ਼ਨ ਦੀ ਬਰੀਫਿੰਗ ਕੀਤੀ CM ਸਾਹਿਬ ਨੂੰ, ਕਿਵੇਂ ਆਪਰੇਸ਼ਨ ਕੀਤਾ ਗਿਆ ਤੇ ਕਿਸ ਅਫਸਰ ਦਾ ਕਿਵੇਂ ਰੋਲ ਰਿਹਾ ਤੇ ਰਿਵਿਊ ਤੋਂ ਬਾਅਦ ਇਹ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਗੈਂਗਸਟਰਸ ਦੇ ਖਿਲਾਫ ਇਹ ਜੰਗ ਜਿਹੜੀ ਹੈਗੀ ਜਾਰੀ ਰਹੂਗੀ ਤੇ ਜਦੋਂ ਤੱਕ ਪੰਜਾਬ ਦੇ ਵਿੱਚ ਬਿਲਕੁਲ ਲਾਅ ਐਂਡ ਆਰਡਰ ਟੋਟਲੀ ਅਸੀਂ ਜੜ੍ਹਾਂ ਤੋਂ ਇਸ ਨੂੰ ਸਾਫ਼ ਕਰ ਦਾਂਗੇ ਗੈਂਗਸਟਰਸ ਨੂੰ ਤੇ ਡਰੱਗਸ ਨੂੰ। ਇਹਦੀ ਪੋਸੀਬਿਲਿਟੀ ਹੈਗੀ, ਕਾਫੀ ਹਾਈ ਡਿਗਰੀ ਦੀ ਪੋਸੀਬਿਲਿਟੀ ਹੈ, ਪਰ ਅਸੀਂ ਇਹਨੂੰ ਫੋਰੈਂਸਿਕ ਐਗਜ਼ਾਮਿਨ ਕਰਾਉਣ ਤੋਂ ਬਾਅਦ ਹੀ ਅਸੀਂ ਕੋਈ ਪੁਖਤਾ ਗੱਲ ਕਹਿ ਸਕਦੇ ਹਾਂ। there is a very high degree of possibility कि आही AK-47 यूज हुई सी, बट बाकी साइंटिफिक जांच तो बाद पता लगूगा। ਅਸੀਂ ਲੱਗੇ ਜੀ ਤੁਹਾਨੂੰ ਰਿਜ਼ਲਟ ਦਾਂਗੇ। ਦੀਪਕ ਮੁੰਡੀ ਇਜ਼ ਦਾ ਓਨਲੀ ਸ਼ੂਟਰ ਵਿਚ ਇਜ਼ ਲੈਫਟ ਤੇ ਅਸੀਂ ਪੰਜਾਬ ਪੁਲਿਸ ਦੀ ਸਾਰੀ ਟੀਮਾਂ ਉਹਦੇ ਮਗਰ ਲੱਗੀਆਂ ਹੈ ਤੇ ਅਸੀਂ ਛੇਤੀ ਰਿਜ਼ਲਟ ਦਾਂਗੇ ਜੀ। ਗੋਲਡੀ ਬਰਾੜ ਦਾ ਰੈੱਡ ਕਾਰਨਰ ਨੋਟਿਸ ਇੰਟਰਪੋਲ ਤੋਂ ਇਸ਼ੂ ਹੋ ਗਿਆ ਹੈ ਜੀ, ਉਹਦੇ ਐਕਸਟ੍ਰਾਡੀਸ਼ਨ ਲਈ ਅਸੀਂ ਐਫਰਟਸ ਕਰ ਰਹੇ ਹੈਗੇ। ਗੋਲਡੀ ਬਰਾੜ ਦਾ ਰੈੱਡ ਕਾਰਨਰ ਨੋਟਿਸ ਇੰਟਰਪੋਲ ਤੋਂ ਇਸ਼ੂ ਹੋ ਗਿਆ ਹੈ ਜੀ, ਉਹਦੇ ਐਕਸਟ੍ਰਾਡੀਸ਼ਨ ਲਈ ਅਸੀਂ ਐਫਰਟਸ ਕਰ ਰਹੇ ਹੈਗੇ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛਾਂਗੇ ਗੈਂਗਸਟਰਵਾਦ ਦੇ ਖਿਲਾਫ ਪੰਜਾਬ ਸਰਕਾਰ ਦੇ ਐਕਸ਼ਨ ਪਲਾਨ 'ਚ ਸਭ ਤੋਂ ਵੱਡਾ ਅੜਿੱਕਾ ਕੀ ਹੈ। ਇਸ ਸਵਾਲ ਤੇ ਬਹਿਸ ਹੋਏਗੀ। ਜਿਹੜਾ ਪੈਨਲ ਸਾਡੇ ਨਾਲ ਤੁਹਾਡਾ ਤਾਰਫ ਕਰਾਉਣੇ ਤੇ ਉਸ ਤੋਂ ਬਾਅਦ ਡਿਬੇਟ ਓਪਨ ਕਰ ਦਵਾਂਗੇ। ਸ਼ਸ਼ੀਕਾਂਤ ਸਾਬਕਾ DGP ਨੇ ਜੇਲ੍ਹਾਂ ਦੇ ਤੇ ਸ਼ਸ਼ੀਕਾਂਤ ਸਰ ਦਾ ਬਹੁਤ ਲੰਬਾ ਤਜਰਬਾ, ਇਹਨਾਂ ਨੇ ਕੇਂਦਰੀ ਏਜੰਸੀਆਂ ਵਿੱਚ ਵੀ ਬਹੁਤ ਲੰਮਾ ਸਮਾਂ ਕੰਮ ਕੀਤਾ ਤੇ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਹੋਇਆ ਉਸ ਦੌਰ ਦੇ ਇਹ ਗਵਾਹ ਨੇ, ਇਸ ਕਰਕੇ ਇਹਨਾਂ ਨੂੰ ਸੱਦਿਆ। ਸ਼ਸ਼ੀਕਾਂਤ ਜੀ ਤੁਹਾਡਾ ਬਹੁਤ ਸਵਾਗਤ ਹੈ ਸਰ। अहबाब सिंह गरेवाल आम आदमी पार्टी स्पोक्सपर्सन है। अहबाब सिंह गरेवाल थोड़ा बहुत स्वागत है। कंवर हरप्रीत सिंह कांग्रेस से बुला रहे हैं। कंवर हरप्रीत सिंह थोड़ा बहुत स्वागत है। बलराज सिंह पट्ठल श्रोमणी अकाली दल स्पोक्सपर्सन है। पट्ठल साहब थोड़ा बहुत स्वागत है। दीवान अहमद तरोड़ा भारतीय जनता पार्टी स्पोक्सपर्सन है। दीवान तरोड़ा थोड़ा बहुत स्वागत है। सब तो पहला सवाल अहबाब सिंह गरेवाल साहब, एनकाउंटर से तुहानूं वधाई क्यों दईए? एनकाउंटर की तुहानूं शाबाश क्यों दईए? अहबाब सिंह गरेवाल जो किसी माँ का पुत मरदा तो उदों शाबाशी देनी बनती है नहीं बनती? अहबाब सिंह गरेवाल ये विरोधी धिर सवाल करती पई है। देखो KP जी, एनकाउंटर ਦੀਆਂ ਵਧਾਈਆਂ ਪੰਜਾਬ ਪੁਲਿਸ ਨੂੰ। ਕਿਸੇ ਵੀ ਮਾਂ ਦਾ ਪੁੱਤ ਮਰਦਾ ਬਹੁਤ ਮਾੜੀ ਗੱਲ ਹੈ, ਬਟ ਪ੍ਰੋਫੈਸ਼ਨਲ ਤਰੀਕੇ ਨਾਲ ਇਹ ਕੰਮ ਕੀਤਾ ਗਿਆ। ਪੰਜਾਬ ਪੁਲਿਸ ਨੇ ਆਬਵੀਅਸਲੀ ਮੀਡੀਆ ਗਲੇਅਰ ਵੀ ਸੀ, ਸਭ ਦੇ ਮੂਰੇ ਹੋਇਆ, ਉਹਨਾਂ ਨੂੰ ਮੌਕਾ ਦਿੱਤਾ ਗਿਆ ਸਰੈਂਡਰ ਕਰਨ ਦਾ। ਐਂਡ ਜਿਹੜਾ ਇੱਕ ਸਵਾਲ ਪੁੱਛਿਆ ਜਿਹੜਾ ਇੰਨਾ ਕੁ ਅਬਸਰਡ ਹੈ ਇਹ ਕਿ ਕੱਲ ਆਪਣੇ 2-3 ਜਵਾਨ ਸ਼ਹੀਦ ਹੋ ਜਾਂਦੇ ਇਹਨਾਂ ਨੂੰ ਜ਼ਿੰਦਾ ਫੜਨ 'ਚ ਤੇ ਆਪਾਂ ਉਹਨਾਂ ਦੀ ਸ਼ਹਾਦਤਾਂ ਤੇ ਗੱਲ ਕਰ ਰਹੇ ਹੁੰਦੇ। ਇਹ ਬੰਦੇ ਕੋਈ ਇਨੋਸੈਂਟ ਬੰਦੇ ਨਹੀਂ ਸੀ, ਇਹ ਕਾਤਲ ਸੀ ਤੇ ਉਹ ਕਾਤਲਾਂ ਨੂੰ ਟਰੈਕ ਕਰਕੇ ਜੇ ਫੜਿਆ ਗਿਆ ਤਾਂ ਮੈਂ ਸਮਝਦਾ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਕੀਤਾ ਗਿਆ ਕੰਮ ਹੈ ਤੇ ਇਹਦੇ ਤੇ ਕਿੰਤੂ ਪਰੰਤੂ ਨਹੀਂ ਹੋਣੀ ਚਾਹੀਦੀ। ਪੰਜਾਬ ਪੁਲਿਸ ਇਜ਼ ਅ ਪ੍ਰੋਫੈਸ਼ਨਲ ਫੋਰਸ। ठीक है शशिकांत जी, पंजाब पुलिस ਵਧਾਈ ਦੀ ਹੱਕਦਾਰ ਹੈ ਜਾਂ ਪੰਜਾਬ ਪੁਲਿਸ ਤੇ ਸਵਾਲ ਪੁੱਛਣੇ ਬਣਦੇ ਆ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਿਉਂ ਹੋ ਗਿਆ? ਇਸ ਤੋਂ ਪਹਿਲਾਂ ਹੋਰ ਸਵਾਲ ਕਿਹੜੇ ਬਾਕੀ ਹੈ ਪੰਜਾਬ ਪੁਲਿਸ ਤੇ? ਸ਼ਸ਼ੀਕਾਂਤ ਜੀ ਦੇਖੋ, ਪਹਿਲੀ ਗੱਲ ਤੇ ਹੈਗੀ ਹੈ ਮੈਂ ਇਹਨੂੰ ਐਨਕਾਊਂਟਰ ਮੰਨਦਾ ਨਹੀਂ ਹੈਗਾ। ਐਨਕਾਊਂਟਰ ਦਾ ਮਤਲਬ ਸਾਡੀ ਜਿਹੜੀ ਪਰਿਭਾਸ਼ਾ ਹੈਗੀ ਹੈ ਪੁਲਿਸ ਤੇ ਵਿੱਚ ਸਿਕਿਉਰਿਟੀ ਫੋਰਸਿਸ ਦੇ ਦੂਜੀ ਹੈਗੀ ਹੈ। ਇਹ ਸਿਰਫ ਅਸੀਂ ਐਕਸਚੇਂਜ ਆਫ ਫਾਇਰ ਸੀ। ਜਦੋਂ ਗੋਲੀ ਚੱਲਦੀ ਹੈਗੀ ਕਿ गाइडेड मिसाइल नहीं हैगी है, गाइडेड बुलेट नहीं हैगी है कि किस बंदे ਨੂੰ ਜਾ ਕੇ ਲੱਗਣੀ ਚਾਹੀਦੀ ਹੈਗੀ ਹੈ। ਉਹਦੇ 'ਚ ਕੋਈ ਨਾਂ ਨਹੀਂ ਲਿਖਿਆ ਹੁੰਦਾ, ਕਿਸੇ ਨੂੰ ਵੀ ਲੱਗ ਸਕਦੀ ਹੈਗੀ ਹੈ, ਚਾਹੇ ਉਹ ਮਿਲੀਟੈਂਟ ਹੋ, ਚਾਹੇ ਟੈਰਰਿਸਟ ਹੋ, ਚਾਹੇ ਗੈਂਗਸਟਰ ਹੋ, ਚਾਹੇ ਪੁਲਿਸ ਵਾਲਾ ਹੋ, ਚਾਹੇ ਮੈਂ ਹੋਵਾਂ, ਚਾਹੇ ਤੁਸੀਂ ਹੋ, ਕੋਈ ਵੀ ਹੋਏ, ਗੋਲੀ ਤੇ ਨਾਂ ਨਹੀਂ ਲਿਖਿਆ ਹੁੰਦਾ ਹੈਗਾ। ਔਰ ਇਹ ਜਿਹੜਾ ਹੈਗਾ ਕੁਐਸਚਨ ਇਹਦਾ ਜਿਹੜਾ ਪੋਲੀਟੀਕਲ ਸਾਈਡ ਹੈਗਾ ਉਹਦੇ ਤੇ ਮੈਂ ਕਮੈਂਟ ਕਰਾਂਗਾ ਨਹੀਂ, ਕਿਉਂਕਿ ਮੈਂ ਕਦੇ ਕਿਸੇ ਪੋਲਿਟਿਕਸ ਦੇ ਉੱਤੇ ਬੰਦੇ ਦੇ ਗੱਲ ਕਰਦਾ ਨਹੀਂ ਹੈਗਾ। ਯੈਸ,
ਪੰਜਾਬ ਪੁਲਿਸ ਦੇ ਉੱਤੇ ਜੇ ਕਾਲਾ ਜਿਹਾ ਧੱਬਾ ਲੱਗ ਰਿਹਾ ਸੀ ਕਿ ਪੰਜਾਬ ਪੁਲਿਸ ਨੇ ਇਹਦੇ ਵਿੱਚ ਕੁਝ ਨਹੀਂ ਕੀਤਾ, ਸਾਰਾ ਦਿੱਲੀ ਪੁਲਿਸ ਨੇ ਕੀਤਾ ਤੇ ਬਾਕੀ ਲਿਆ ਕੇ ਪਲੇਟ ਦੇ ਉੱਤੇ ਲਿਆ ਕੇ ਰੱਖ ਦਿੱਤੇ। ਐਟਲੀਸਟ ਪੰਜਾਬ ਪੁਲਿਸ ਉਸ ਦੋਸ਼ ਨੂੰ ਧੋਣ 'ਚ ਕਾਮਯਾਬ ਹੋ ਗਈ ਹੈ। ਮੈਂ ਪੰਜਾਬ ਪੁਲਿਸ ਨੂੰ ਮੁਬਾਰਕਬਾਦ ਦਿੰਦਾ। ਤੁਸੀਂ ਇਹਨੂੰ ਐਨਕਾਊਂਟਰ ਕਿਉਂ ਨਹੀਂ ਮੰਨਦੇ ਸ਼ਸ਼ੀਕਾਂਤ ਜੀ? ਐਨਕਾਊਂਟਰ ਉਹ ਹੁੰਦਾ ਹੈ ਜਦੋਂ ਇਹ ਐਬਸੋਲੂਟਲੀ ਪਲਾਨ ਹੁੰਦਾ ਹੈਗਾ। ਜਿਸ ਤਰ੍ਹਾਂ ਦੀ ਮੀਡੀਆ ਰਿਪੋਰਟਸ ਵੀ ਆ ਰਹੀਆਂ ਨੇ, ਉਹ ਹੈਗਾ ਹੈ ਕਿ ਇਹਨਾਂ ਨੂੰ ਪਤਾ ਲੱਗਿਆ ਪੁਲਿਸ ਨੂੰ ਉੱਥੇ ਹੈਗੇ ਨੇ, ਪਹਿਲੇ ਉਹਨਾਂ ਦੇ ਉਹ ਹੁਸ਼ਿਆਰ ਹੋਈ ਤੇ ਦੇ ਇੰਡਲਜ ਇਨ ਕਾਊਂਟਰ ਫਾਇਰ। ਐਨਕਾਊਂਟਰ ਹੁੰਦਾ ਹੈ ਜਿਹਦਾ ਆਮ ਤੌਰ ਤੇ ਮਤਲਬ ਹੁੰਦਾ ਹੈ ਜਿਹਨੂੰ ਕਹਿੰਦੇ ਹੈਗੇ ਵੀ ਪਲਾਨ ਐਨਕਾਊਂਟਰ ਕੀਤਾ ਹੈਗਾ, ਫੇਕ ਐਨਕਾਊਂਟਰ ਕੀਤਾ ਹੈਗਾ। ਆਮ ਭਾਸ਼ਾ ਦੇ ਐਨਕਾਊਂਟਰ ਦਾ ਮਤਲਬ ਇਹ ਹੈਗਾ ਜਦੋਂ ਮੇਰੇ ਉੱਤੇ ਗੋਲੀ ਚੱਲਦੀ ਹੈ ਕਿ ਸੈਲਫ ਡਿਫੈਂਸ ਦੇ ਵਿੱਚ ਮੈਂ ਗੋਲੀ ਚਲਾਵਾਂਗਾ, ਜਿਹੜਾ ਮੇਰੇ ਕੋਲ ਹੋਏਗਾ ਤੋਪ ਹੋਏਗੀ ਤੋਪ ਵੀ ਚਲਾਵਾਂਗਾ। Basically, it was an exercise in self-defense, nothing more, nothing less. Thank you. Sure. ਕਮਲ ਹਰਪ੍ਰੀਤ ਸਿੰਘ, ਤੁਹਾਡੇ ਲੀਡਰ ਇਹ ਸਵਾਲ ਕਿਉਂ ਖੜਾ ਕਰਦੇ ਪਏ ਆ ਕਿ ਜੇ ਜਿੰਦਾ ਫੜ ਲੈਂਦੇ ਤਾਂ ਹੋ ਸਕਦਾ ਬਹੁਤ ਖੁਲਾਸੇ ਹੋ ਜਾਂਦੇ? ਕਮਲ ਹਰਪ੍ਰੀਤ ਸਿੰਘ, ਇਹ ਸਵਾਲ ਕਿਉਂ ਆ ਰਹੇ ਤੁਹਾਡੇ ਵੱਲੋਂ? ਕਮਲ ਹਰਪ੍ਰੀਤ ਸਿੰਘ, ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ? ਜੀ ਹਾਂ ਜੀ, ਕਮਲ ਹਰਪ੍ਰੀਤ ਸਿੰਘ, ਮੈਂ ਇਹ ਸਵਾਲ ਕਰ ਰਿਹਾ ਸੀਗਾ ਤੁਹਾਡੇ ਲੀਡਰਾਂ ਵੱਲੋਂ ਇਹ ਸਵਾਲ ਕਿਉਂ ਆ ਰਿਹਾ ਕਿ ਜਿੰਦਾ ਫੜ ਲੈਂਦੇ ਖੁਲਾਸੇ ਹੋਰ ਹੋ ਜਾਣੇ ਸੀਗੇ? ਤੁਸੀਂ ਇਹ ਸਵਾਲ ਕਿਉਂ ਕਰ ਰਹੇ ਹੋ? ਦੇਖੋ, ਇਹ ਇੱਕ ਆਸਪੈਕਟ ਹੈ ਕਿ ਜੇ ਅਗਰ ਉਹ ਜ਼ਿੰਦਾ ਫੜੇ ਜਾਂਦੇ ਤਾਂ ਇੱਕ ਚੇਨ ਹੋਰ ਵੀ ਪਤਾ ਲੱਗ ਸਕਦੀ ਸੀ ਕਿ ਇਸ ਕਤਲकांड ਤੇ ਹੋਰ ਕਈ ਅਪਰਾਧ ਦੀਆਂ ਜਿਹੜੀਆਂ ਕੜੀਆਂ ਜਿਹੜੀਆਂ ਉਹ ਪਤਾ ਲੱਗ ਸਕਦੀਆਂ ਸੀ। ਇਹ ਨਹੀਂ ਅਸੀਂ ਕਹਿ ਰਹੇ ਕਿ ਉਹਨਾਂ ਨੂੰ ਜ਼ਿੰਦਾ ਹੀ ਫੜਿਆ ਜਾਣਾ ਚਾਹੀਦਾ ਸੀ, ਕਿਉਂਕਿ ਬਿਲਕੁਲ ਮੈਂ ਇਸ ਮਾਮਲੇ ਦੇ ਵਿੱਚ ਸ਼ਸ਼ੀਕਾਂਤ ਜੀ ਜਿਹੜੇ ਕਿ ਬਹੁਤ ਸੀਨੀਅਰ ਅਫਸਰ ਰਹੇ ਨੇ, ਆਈਪੀਐਸ ਰਹੇ ਨੇ, ਦੂਸਰੇ ਪਾਸੇ ਅਹਿਬਾਬ ਜੀ ਨੇ ਵੀ ਜਿਹੜੀ ਗੱਲ ਕੀਤੀ ਮੈਂ ਉਹਦੇ ਨਾਲ ਵੀ ਕਿਤੇ ਨਾ ਕਿਤੇ ਸਹਿਮਤ ਹਾਂ ਕਿ ਇਸ ਤਰੀਕੇ ਦੇ ਨਾਲ ਜਦੋਂ ਮੁੱਠਭੇੜ ਹੁੰਦੀ ਹੈ ਤੇ ਉਦੋਂ ਜ਼ਰੂਰੀ ਨਹੀਂ ਹੈ ਕਿ ਕਿਸੇ ਨੂੰ ਜ਼ਿੰਦਾ ਹੀ ਫੜਿਆ ਜਾਵੇ। ਉਸ ਦਾ ਮੁਕਾਬਲਾ ਕਰਕੇ ਤੇ ਉਹਨਾਂ ਨੂੰ ਜਿੱਦਾਂ ਢੇਰ ਕੀਤਾ ਗਿਆ, ਬਿਲਕੁਲ ਪੰਜਾਬ ਦੀ ਪੁਲਿਸ ਸਤਾਈ ਦੀ ਪਾਤਰ ਹੈ। ਲੇਕਿਨ ਮੈਂ ਇਹ ਸਮਝਦਾ ਕਿ ਇਹ ਸਾਰਾ ਕੁਝ ਹੋਇਆ ਕਿਉਂ? ਇਹਦੇ ਵਿੱਚ ਜਿਹੜੀ ਇਸ ਪ੍ਰਸ਼ਾਸਨ ਦੀ ਕਮੀ ਜਾਂ ਕਹਿ ਲਓ ਸਿਸਟਮ ਦੀ ਕਮੀ ਜਾਂ ਕਹਿ ਲਓ ਵੀ ਫੋਕੀ ਵਾਹਵਾਹੀ ਖੱਟਣ ਦੀ ਜਿਹੜੀ ਇੱਕ ਇਹਨਾਂ ਦੀ ਬਣੀ ਹੈ ਆਮ ਆਦਮੀ ਪਾਰਟੀ ਵਾਲਿਆਂ ਦੀ ਪਬਲਿਸਿਟੀ ਸਟੰਟ, ਇਹ ਸਭ ਕੁਝ ਹੋਇਆ ਕਰਕੇ ਹੈ। ਲੇਕਿਨ ਇਸ ਦਾ ਕ੍ਰੈਡਿਟ ਜਿਹੜਾ ਹੈ ਬਿਲਕੁਲ ਪੰਜਾਬ ਪੁਲਿਸ ਦੇਣਾ ਬਣਦਾ, ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੂੰ ਦੇਣਾ ਬਣਦਾ। ਤੇ ਇਹ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹ ਜਿਹੜੇ ਕ੍ਰਿਮੀਨਲ ਬੰਦੇ ਨੇ, ਗੈਂਗਸਟਰ ਹੈ, ਉਹਨਾਂ ਦਾ ਮੁਕਾਬਲਾ ਕਰਕੇ ਤੇ ਉਹਨਾਂ ਦਾ ਸਫਾਇਆ ਕੀਤਾ। ਕਮਲ ਹਰਪ੍ਰੀਤ ਸਿੰਘ, ਤੁਸੀਂ ਸਵਾਲ ਕਰਦੇ ਸੀ ਦਿੱਲੀ ਪੁਲਿਸ ਕਾਰਵਾਈ ਕਰਦੀ ਪਈ, ਸਵਾਲ ਤੁਹਾਡੇ ਖਤਮ ਹੋ ਗਏ? ਨਹੀਂ, ਦੇਖੋ ਗੱਲ ਇਹ ਹੈ, ਸਵਾਲ ਅਜੇ ਆਪਣੀ ਥਾਂ ਤੇ ਬਰਕਰਾਰ ਨੇ ਕਿਉਂਕਿ ਜਿਹੜੇ ਬੰਦੇ ਮਰੇ ਨੇ ਮੋਹਰੇ ਨੇ। ਤੁਸੀਂ ਗੱਲ ਨੂੰ ਸਮਝੋ ਕੇਪੀ ਸਿੰਘ ਜੀ, ਇਹ ਜਸਟ ਮੋਹਰੇ ਨੇ, ਇੱਕ ਹਾਰਡਕੋਰ ਕ੍ਰਿਮੀਨਲ ਉਹ ਨਹੀਂ ਹੈ ਜਿਨ੍ਹਾਂ ਨੇ ਪਲੈਨਿੰਗ ਕੀਤੀ, ਜਿਨ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਇੰਟਰਸਟ ਸੀ ਕਿ ਉਹ ਕੋਈ ਉਹਦੇ ਪਿੱਛੇ ਉਹਨਾਂ ਦਾ ਕੋਈ ਖਾਸ ਮੋਟਿਵ ਸੀ। ਉਹਨਾਂ ਦਾ ਮੋਟਿਵ ਸਿਰਫ ਪੈਸਾ ਸੀ ਤੇ ਉਹਨਾਂ ਨੇ ਪੈਸਾ ਲੈ ਕੇ ਕਤਲ ਕੀਤਾ। ਮੇਨ ਤਾਂ ਜਿਹੜੇ ਕਲਪ੍ਰਿਟ ਨੇ ਉਹ ਨੇ ਜਿਨ੍ਹਾਂ ਨੇ ਉਹਦਾ ਕਤਲ ਕਰਵਾਇਆ, ਜਿਨ੍ਹਾਂ ਨੇ ਪੈਸਾ ਦਿੱਤਾ, ਉਹਨਾਂ ਦਾ ਮਾਸਟਰਮਾਈਂਡ ਜਿਹੜੇ ਨੇ ਉਹਨਾਂ ਨੂੰ ਹਜੇ ਫੜਿਆ ਜਾਣਾ ਬਾਕੀ ਹੈ ਔਰ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਅਸੀਂ ਬਿਲਕੁਲ ਮੰਗ ਕਰਦੇ ਹਾਂ, ਅੱਜ ਵੀ ਕਰਦੇ ਹਾਂ। ਮੈਨੂੰ ਥੋੜਾ ਜਿਹਾ ਸਮਝਾ ਦਿਓ ਨਾ ਸਰ, ਇਹ ਜੇ ਮੋਹਰੇ ਆ ਤਾਂ ਇਹ ਜੇ ਜਿੰਦਾ ਫੜੇ ਜਾਂਦੇ ਤੇ ਕੜੀਆਂ ਕਿੱਥੋਂ ਤੱਕ ਜੁੜਨੀਆਂ ਸੀਗੀਆਂ? ਕੋਈ ਤਾਂ ਡਾਊਟ ਹੋਊਗਾ ਨਾ ਕਾਂਗਰਸ ਦਾ। ਇਹ ਤਾਂ ਹੁਣ ਅਸੀਂ ਨਹੀਂ ਨਾ ਕਹਿ ਸਕਦੇ। ਇਹ ਜੇ ਪਕੜੇ ਜਾਂਦੇ, ਉਹਨਾਂ ਤੋਂ ਪੁੱਛਗਿੱਛ ਹੁੰਦੀ ਤੇ ਫੇਰ ਕੁਝ ਪਤਾ ਲੱਗਣਾ ਸੀ। ਅੱਜ ਅਸੀਂ ਇਹਦੇ ਬਾਰੇ ਕੀ ਦੱਸ ਸਕਦੇ ਕਿੱਥੋਂ ਤੱਕ ਜਾਂਦੀ ਹੈ? ਫਿਰ ਤੁਸੀਂ ਇਦਾਂ ਕਿਵੇਂ ਕਹਿਤਾ ਮੋਹਰੇ ਆ ਸਿਰਫ? ਇਹ ਕਿਵੇਂ ਕਹਿਤਾ ਤੁਸੀਂ ਮੋਹਰੇ ਆ? ਇਹ ਕਿਵੇਂ ਕਹਿਤਾ ਕੰਵਰ ਜੀ? ਨਹੀਂ, ਇਹ ਬਿਲਕੁਲ ਠੀਕ ਗੱਲ ਹੈ। ਇਹ ਤਾਂ ਮੋਹਰੇ ਕਿਉਂਕਿ ਇਹਨਾਂ ਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਦੱਸਦਾ ਕਿ ਇਹ ਪੈਸੇ ਲੈ ਕੇ ਪ੍ਰੋਫੈਸ਼ਨਲੀ ਕਤਲ ਕਰਦੇ ਸੀ। ਇਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਦੱਸਦਾ। ਔਰ ਇਹ ਕੋਈ ਏਡੇ ਪਿੱਛੋਂ ਵੱਡੇ ਪਰਿਵਾਰਾਂ ਦੇ ਨਹੀਂ ਹੈ ਜਿਨ੍ਹਾਂ ਦੇ ਇਸ ਤਰ੍ਹਾਂ ਦੀ ਰੰਜਿਸ਼ਬਾਜ਼ੀ ਹੋ ਸਕਦੀ ਹੈ। ਇਹ ਬਿਲਕੁਲ ਪੇਡ ਬੰਦੇ ਸੀ। ਇਹਨਾਂ ਨੂੰ ਪਕੜਿਆ, ਇਹਨਾਂ ਨੂੰ ਜਿਹੜਾ ਇਹਨਾਂ ਦਾ ਕਤਲ ਕੀਤਾ ਗਿਆ, ਆਪਣੇ ਮੁੱਠਭੇੜ ਦੇ ਵਿੱਚ ਇਹਨਾਂ ਦਾ ਖਾਤਮਾ ਹੋਇਆ, ਇਹ ਜ਼ਰੂਰੀ ਸੀ। ਲੇਕਿਨ ਜੇਕਰ ਇਹ ਜ਼ਿੰਦਾ ਪਕੜੇ ਜਾਂਦੇ, ਅਗਰ ਇਹ ਚੀਜ਼ ਸਫਲਤਾ ਮਿਲਦੀ ਸਾਡੀ ਪੁਲਿਸ ਨੂੰ, ਤਾਂ ਇਹ ਜ਼ਿਆਦਾ ਚੰਗਾ ਹੁੰਦਾ ਕਿ ਉਹਦੇ ਨਾਲ ਹੋਰ ਕਈ ਬੰਦਿਆਂ ਦੇ ਨਾਵਾਂ ਦੇ ਖੁਲਾਸੇ। ਚਲੋ ਮੈਂ ਇੱਕ ਛੋਟਾ ਬ੍ਰੇਕ ਲੂੰਗਾ, ਬ੍ਰੇਕ ਤੋਂ ਬਾਅਦ ਬਾਕੀ ਮਹਿਮਾਨਾਂ ਕੋਲ ਵੀ ਜਾਣਾ ਕਿ ਐਨਕਾਊਂਟਰ ਹੀ ਆਖਰੀ ਹੱਲ ਹੈ। ਸਵਾਲ ਇਹ ਵੀ ਹੋਣਾ ਚਾਹੀਦਾ ਕਿ ਐਨਕਾਊਂਟਰ ਤੱਕ ਨੌਬਤ ਪਹੁੰਚਦੀ ਕਿਉਂ ਪਈ ਹੈ? ਸ਼ਸ਼ੀਕਾਂਤ ਹਰੀ ਇਹਨੂੰ ਐਨਕਾਊਂਟਰ ਮੰਨਦੇ ਨਹੀਂ ਪਏਗੇ, ਪਰ ਸਵਾਲ ਇਹ ਹੈ ਜੇ ਗੈਂਗਸਟਰ ਸ਼ਬਦ ਪੰਜਾਬ ਦੇ ਵਿੱਚ ਇੰਨਾ ਪਣਪ ਰਿਹਾ, ਇੰਨਾ ਫੈਲ ਰਿਹਾ, ਤਾਂ ਉਹਦਾ ਜਨਮ ਕਿਉਂ ਹੋਇਆ? ਉਹ ਸਿਸਟਮ ਤੇ ਸਵਾਲ ਕਿਉਂ ਨਹੀਂ ਚੁੱਕੇ ਜਾ ਰਹੇ? ਵਾਪਸ ਆ ਰਿਹਾ। ਇੱਕ ਵਾਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਪੁੱਛ ਰਹੇ ਹਾਂ, ਗੈਂਗਸਟਰਵਾਦ ਖਿਲਾਫ ਪੰਜਾਬ ਸਰਕਾਰ ਦੇ ਐਕਸ਼ਨ ਪਲਾਨ 'ਚ ਸਭ ਤੋਂ ਵੱਡਾ ਅੜਿੱਕਾ ਕੀ ਹੈ? ਬਲਰਾਜ ਸਿੰਘ ਭੱਠਲ, ਹੁਣ ਪੋਲੀਟੀਕਲ ਪਾਰਟੀਆਂ ਕੋਲ ਮੈਨੂੰ ਲੱਗਦਾ ਕੋਈ ਸਵਾਲ ਰਹਿ ਨਹੀਂ ਗਿਆ ਹੈਗਾ।
ਸਵਾਲ ਫਿਰ ਵੀ ਵਿਰੋਧ ਕਰਨ ਨੂੰ ਵਿਰੋਧ ਕੀਤਾ ਜਾ ਰਿਹਾ ਹੈ ਮਿਸਟਰ ਪੱਠਲ। ਸਰਕਾਰ ਨੂੰ ਸ਼ਾਬਾਸ਼ੀ ਦੇਣੀ ਬਣਦੀ ਹੈ, ਪੰਜਾਬ ਪੁਲਿਸ ਨੂੰ ਸ਼ਾਬਾਸ਼ੀ ਦੇਣੀ ਬਣਦੀ ਹੈ ਜਾਂ ਨਹੀਂ ਮਿਸਟਰ ਪੱਠਲ? ਨਹੀਂ ਸਰ, ਇਹਦੇ 'ਚ ਪੰਜਾਬ ਪੁਲਿਸ ਨੂੰ ਸ਼ਾਬਾਸ਼ੀ ਦੇਣੀ ਜ਼ਰੂਰ ਬਣਦੀ ਹੈ, ਪਰ ਇਹਦੇ 'ਚ ਇੱਕ ਸਵਾਲ ਬਹੁਤ ਵੱਡਾ ਇਹ ਖੜਾ ਹੋ ਰਿਹਾ ਕਿ ਆਪਾਂ ਇੱਥੇ ਤੱਕ ਪਹੁੰਚਦੇ ਕਿਉਂ ਆ। ਅੱਜ ਜੇ ਆਪਾਂ ਵਾਈਡਰ ਪਿਕਚਰ ਦੇਖੀਏ, ਅੱਜ ਮਰੇ ਤਾਂ ਪੰਜਾਬ ਦੇ 3 ਪੁੱਤ ਹੀ ਨੇ ਨਾ। ਆਪਾਂ ਹਰਿਆਣੇ ਵਾਲਾ ਜਿਹੜਾ ਮੋਡਿਊਲ ਸੀ ਉਹ ਤਾਂ ਸਾਰਾ ਅਰੈਸਟ ਹੋ ਗਿਆ। ਜਿਹੜੇ ਪੰਜਾਬ ਦੇ ਅੱਜ ਸਿੱਧੂ ਦੇ ਐਂਗਲ ਤੋਂ ਦੇਖਿਆ ਜਾਵੇ ਤਾਂ ਮਾਪਿਆਂ ਦਾ ਕੱਲਾ ਪੁੱਤ ਉਹਨਾਂ ਨੇ ਕਤਲ ਕਰਤਾ। ਉਹ ਫੈਨਸ ਦਾ ਨੂੰ ਬਹੁਤ ਵੱਡਾ ਸੀਗਾ ਕਿ ਇਹਦਾ ਜਿਨ੍ਹਾਂ ਨੇ ਇਹਨਾਂ ਨੂੰ ਮਾਰਿਆ ਉਹ ਬੰਦੇ ਮਰਨੇ ਚਾਹੀਦੇ ਆ ਜਾਂ ਫੜੇ ਜਾਣੇ ਚਾਹੀਦੇ ਆ। ਉਸ ਗੱਲ ਨਾਲ ਬਿਲਕੁਲ ਠੀਕ ਆ, ਪਰ ਦੂਜੇ ਐਂਗਲ ਤੋਂ ਜੇ ਦੇਖਿਆ ਜਾਵੇ ਤਾਂ ਆਪਾਂ ਨੂੰ ਕੁਝ ਐਸਾ ਕਰਨਾ ਚਾਹੀਦਾ ਵੀ ਆਪਾਂ ਇੱਥੇ ਤੱਕ ਪਹੁੰਚੇ ਹੀ ਨਾ। ਨਹੀਂ, ਕੌਣ ਕਰੂਗਾ? ਤੁਹਾਡੀ 10 ਸਾਲ ਸਰਕਾਰ ਰਹਿ ਗਈ, ਉਸ ਤੋਂ ਪਹਿਲਾਂ ਵੀ ਤੁਸੀਂ ਸਰਕਾਰ 'ਚ ਰਹੇ ਹੋ, ਕੌਣ ਕਰੂਗਾ? ਇਹ 4 ਮਹੀਨੇ ਸਰਕਾਰ ਨੂੰ ਤੁਸੀਂ ਪੁੱਛੋਗੇ ਕੌਣ ਕਰੂਗਾ ਮਿਸਟਰ ਪੱਠਲ? ਨਹੀਂ ਸਰ, ਆਪਾਂ ਇਸ ਮੁੱਦੇ ਦੇ ਉੱਤੇ ਬਲੇਮ ਗੇਮ ਨਹੀਂ ਕਰ ਸਕਦੇ। ਜਿੰਨੇ ਵੀ ਆਪਾਂ ਕਿਸੇ ਵੀ ਪਾਰਟੀ ਦੇ ਨਾਲ ਬਲੇਮ ਗੇਮ ਤਾਂ ਆਪੇ ਹੁਣ ਕਹੋਗੇ ਨਾ, ਨਹੀਂ ਕਰ ਸਕਦੇ, ਕਿਉਂਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਕਹਿੰਦੀ ਰਹੀ ਹੈ ਕਾਂਗਰਸ ਤੇ ਅਕਾਲੀ ਦਲ ਵਾਲੇ ਗੈਂਗਸਟਰ ਪੈਦਾ ਹੋਏ ਹੈ। ਬਲੇਮ ਗੇਮ ਕਿਵੇਂ ਕਰੋਗੇ ਤੁਸੀਂ ਹੁਣ? ਨਹੀਂ, ਮੈਂ ਤੁਹਾਨੂੰ ਫਿਰ ਉਹੀ ਕਹਿਣਾ ਕਿ ਇਹਦੇ 'ਚ ਆਪਾਂ ਨੂੰ ਰਿਜ਼ਲਟ ਵੱਲ ਜਾਣਾ ਚਾਹੀਦਾ। ਬਲੇਮ ਗੇਮ ਦੀ ਤਾਂ ਆਪਾਂ ਹੁਣ ਇਹ ਵੀ ਕਹਿ ਸਕਦੇ ਹਾਂ ਵੀ ਤਿਹਾੜ ਜੇਲ੍ਹ ਕੇਜਰੀਵਾਲ ਦੇ ਅੰਡਰ ਆਉਂਦੀ ਹੈ। ਫੋਨ ਦੇ ਉੱਤੇ ਮਾਸਟਰਮਾਈਂਡ ਉੱਤੋਂ ਬੈਠ ਕੇ ਪਲੈਨਿੰਗ ਕੀਤੀ ਤੇ ਪੰਜਾਬ ਦੇ ਵਿੱਚ ਐਡਾ ਵੱਡਾ ਕਾਂਡ ਹੋ ਜਾਂਦਾ। ਜਿਸ ਦਿਨ ਦੀ ਆਮ ਆਦਮੀ ਪਾਰਟੀ ਆਈ ਹੈ ਇੰਨੇ ਕਤਲ ਹੋ ਗਿਆ, ਤੇ ਜੇ ਬਲੇਮ ਕਰਕੇ ਤਾਂ ਸਰ ਹੱਲ ਹੈ ਹੀ ਨਹੀਂ ਕਿਸੇ ਗੱਲ ਦਾ। ਐਂਡ ਆਫ ਦੀ ਡੇ ਤਾਂ ਆਪਾਂ ਨੂੰ ਇਹਦਾ ਕੋਈ ਰਿਜ਼ਲਟ ਕੱਢਣਾ ਪੈਣਾ ਕਿ ਪੰਜਾਬ ਦੇ ਨੌਜਵਾਨ ਇਸ ਰਾਹ ਤੇ ਨਾ ਤੁਰਨ। ਚਲੋ ਠੀਕ ਤੇ ਹੈ, ਪੰਜਾਬ ਦੇ ਵਿੱਚ ਭਰਾ ਮਾਰੂ ਜੰਗ ਬੰਦ ਹੋਵੇ। ਠੀਕ ਹੈ। ਦੀਵਾਨੰਦ ਅਰੋੜਾ, ਤੁਸੀਂ ਬਹੁਤ ਸਵਾਲ ਚੁੱਕੇ ਆਮ ਆਦਮੀ ਪਾਰਟੀ ਤੇ, ਲਾ ਐਂਡ ਆਰਡਰ ਤੇ। ਹੁਣ ਲਾ ਐਂਡ ਆਰਡਰ ਕੰਟਰੋਲ ਵਿੱਚ ਆ ਗਿਆ ਦੀਵਾਨੰਦ ਅਰੋੜਾ ਇੱਕ ਇਨਕਾਊਂਟਰ ਦੇ ਨਾਲ? ਦੇਖੋ ਕੇਪੀ ਸਿੰਘ ਜੀ, ਇਸ ਤਰ੍ਹਾਂ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਇਹ ਸਾਰਾ ਕੁਝ ਕੰਟਰੋਲ ਕਰਨ ਲਈ, ਲਾ ਐਂਡ ਆਰਡਰ ਕੰਟਰੋਲ ਕਰਨ ਲਈ ਜਿਹੜੇ ਪ੍ਰਦੇਸ਼ ਦੇ ਮੁਖੀਆ ਹੈਗੇ ਆ, ਮੁੱਖ ਮੰਤਰੀ ਸਾਹਿਬ, ਉਹਨਾਂ ਦੇ ਵਿੱਚ ਵਿਲ ਪਾਵਰ ਚਾਹੀਦੀ ਸੀ। ਇਹ ਸਾਰਾ ਕੁਝ ਜਿਹੜੇ ਅੱਜ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਆ कि देखो जी हम कुचल देंगे, गैंगस्टरवाद को कुचल देंगे। देखो नो डाउट पंजाब पुलिस ने विल पावर रही है, पंजाब पुलिस ने वधिया काम किया, लेकिन जेडे बाकी बुलारे दस रहे हैं कि ये कोई हल नहीं है। नहीं, पहले तो देखो ना, ये डिल्यूट कर रहे हैं आम आदमी पार्टी। इन्हां दा सब तो बड़ा कसूर ये सी कि भी सुरक्षा जिहड़ी वापस नहीं, सिद्धू मूसेवाला दी, बाकी 419 लोगों ने सुरक्षा वापस नहीं। ये उन्होंने ਢੱਕਣ ਦੀ ਕੋਸ਼ਿਸ਼ ਕਰ ਰਹੇ, ਜਿਹੜੀ ਐਡਾ ਵੱਡਾ ਲੂਪ ਹੋਲ ਹੋਇਆ, ਇਹਨਾਂ ਕੋਲੋਂ ਗਲਤੀ ਹੋਈ ਐਡੀ ਵੱਡੀ, ਉਸ ਚੀਜ਼ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਕੀ ਇਹਨਾਂ ਦੀ ਮਰਜ਼ੀ ਹੈ, ਚਾਹੇ ਅੱਜ ਕ੍ਰੈਡਿਟ ਭਗਵੰਤ ਮਾਨ ਸਾਹਿਬ ਨੂੰ ਦੇਣ, ਚਾਹੇ ਉਹਨੂੰ ਅੱਜ ਐਡਵਾਈਜ਼ਰੀ ਕਮੇਟੀ ਦੇ ਚੇਅਰਮੈਨ ਬਣ ਗਿਆ ਰਤਨ ਚੱਡਾ ਜੀ, ਇਹ ਵੀ ਇਹ ਕਹਿ ਸਕਦੇ ਆ ਕਿ ਭਾਈ ਉਸ ਤੋਂ ਬਾਅਦ ਵਿਦ ਪਾਵਰ ਆਈ ਇਹਨਾਂ ਦੇ ਵਿੱਚ। ਪਰ ਮੈਂ ਵਿਦ ਪਾਵਰ ਜਿਹੜੀ ਸਮਝਾਂਗਾ ਕਿ ਡੀਜੀਪੀ ਸਾਹਿਬ ਉਹਨਾਂ ਦੀ ਵਿਦ ਪਾਵਰ ਤੇ ਕੰਮ ਕੀਤਾ ਜਿਹਦੇ ਕਰਕੇ ਕੰਮ ਹੋਇਆ। ਦੀਵਾਨ ਜੀ ਸਵਾਲ ਤਾਂ ਤੁਹਾਡੇ ਤੇ ਵੀ ਉੱਠਦੇ ਨਾ, ਤੁਸੀਂ ਅਲਾਇੰਸ ਪਾਰਟਨਰ ਰਹੇ ਹੋ, ਅਲਾਇੰਸ 'ਚ ਰਹੇ ਹੋ ਅਕਾਲੀ ਦਲ ਨਾਲ, ਤੁਹਾਡੀਆਂ ਸਰਕਾਰਾਂ ਵੇਲੇ ਇਹ ਗੈਂਗਸਟਰਵਾਦ ਪੈਦਾ ਹੋਇਆ। ਆਮ ਆਦਮੀ ਪਾਰਟੀ ਸ਼ੁਰੂ ਤੋਂ ਇਹ ਗੱਲ ਕਹਿੰਦੀ ਹੈ, ਤੁਸੀਂ ਵੀ ਆਪਦੇ ਆਪ ਨੂੰ ਕੱਜਦੇ ਪਏ ਹੋ। ਦੇਖੋ, ਜੇ ਤੁਸੀਂ ਉਹਨੇ ਪ੍ਰੈਸ਼ਰ ਕੀਤਾ ਤੇ ਮੈਂ ਤਾਂ ਚਾਹਾਂਗਾ ਕਿ ਅੱਜ ਪੁਲਿਸ ਕਹਿ ਰਹੀ ਹੈ ਜੀ ਇਹ ਤਾਂ ਪਾਕਿਸਤਾਨ ਭੱਜਣਾ ਚਾਹੁੰਦੇ ਸੀ, ਜੇ 2 ਬੰਦਿਆਂ ਨੂੰ ਨਾਮ ਆਪਦੇ ਤੇ 2 ਗੈਂਗਸਟਰ ਨੂੰ। ਉਹ ਭਾਈ ਜੇ ਪਾਕਿਸਤਾਨ ਭੱਜਣਾ ਚਾਹੁੰਦੇ ਸੀ ਤੁਸੀਂ, ਠੀਕ ਹੈ, ਪਾਕਿਸਤਾਨ ਦੇ ਲਿੰਕ ਵੀ ਤੁਸੀਂ ਟ੍ਰੇਸ ਕਰੋ, ਲੇਕਿਨ ਨਾਲ ਦੀ ਨਾਲ ਜੇ ਜਿੰਦਾ ਬੜੇ ਜਾਂਦੇ ਤਾਂ ਪੋਲੀਟੀਕਲ ਪਾਰਟੀਆਂ ਦੇ ਬੰਦੇ ਵੀ ਪਤਾ ਲੱਗ ਜਾਣਾ ਸੀ ਕਿਹਨਾਂ ਦੀ ਸਪੋਰਟ ਹੈਗੀ ਇਹਨਾਂ ਨੂੰ। ਇਹ ਬੜਾ ਇੰਪੋਰਟੈਂਟ ਸਵਾਲ ਹੈ ਦੀਵਾਨ ਅਰੋੜਾ। ਤੁਸੀਂ ਕਿੰਦੇ ਸ਼ੱਕ ਪ੍ਰਗਟਾ ਰਹੇ ਹੋ ਕਿ ਕਿਹੜੀ ਪੋਲੀਟੀਕਲ ਪਾਰਟੀਆਂ ਦੀ ਸਪੋਰਟ ਹੋ ਸਕਦੀ ਹੈ ਇਹਨਾਂ ਨੂੰ? ਨਹੀਂ, ਇਹ ਤਾਂ ਹੁਣ ਜਿੰਦਾ ਫੜਦਾ ਤਾਂ ਤਦ ਹੀ ਪਤਾ ਲੱਗਦਾ ਨਾ। ਹੁਣ ਜਦ ਇਹਨਾਂ ਨੇ ਢੇਰ ਹੀ ਕਰ ਇਸ ਸਵਾਲ ਤੇ ਆ ਕੇ ਤੁਸੀਂ ਸਾਰੇ ਲੋਕ ਚੁੱਪ ਕਿਉਂ ਕਰ ਜਾਂਦੇ ਹੋ? ਮੈਨੂੰ ਸਮਝ ਨਹੀਂ ਆ ਰਹੀ। ਮੈਂ ਬੜੀ ਕੋਸ਼ਿਸ਼ ਕਰ ਰਿਹਾ, ਤੁਸੀਂ ਵੈਸੇ ਕਹਿੰਦੇ ਰਹਿੰਦੇ ਹੋ ਸਾਰੇ, ਪਰ ਜਦੋਂ ਮੈਂ ਸਵਾਲ ਕਰਦਾ ਮੈਂ ਉਹਦੀ ਚੁੱਪ ਕਰ ਜਾਂਦੇ ਹੋ। ਮੈਂ ਤੁਹਾਨੂੰ ਦੇਖੋ, ਮੈਂ ਇੱਕ ਕਲਿਊ ਦੇ ਦਿੰਦਾ। ਇਹ ਡਾਕਟਰ ਵਿਜੇ ਸਿੰਗਲਾ ਜੀ ਤੁਹਾਨੂੰ ਅੱਜ ਦੱਸ ਸਕਦੇ ਆ ਕਿ ਉਹਨਾਂ ਦੇ ਇਲੈਕਸ਼ਨ ਦੇ ਵਿੱਚ ਕਿਹੜੇ ਗੈਂਗਸਟਰ ਨੇ ਸਾਥ ਦਿੱਤਾ ਉਹਨਾਂ ਦਾ। ਇਹਨਾਂ ਆਮ ਆਦਮੀ ਪਾਰਟੀ ਦੇ ਜਿੰਨੇ ਐਮਐਲਏ ਜਿੱਤੇ ਆ, ਇਹਨਾਂ ਗੈਂਗਸਟਰ ਦਾ ਸਾਥ ਮਿਲਿਆ ਉਹਨਾਂ ਨੂੰ, ਇਸ ਕਰਕੇ ਇਹਨਾਂ ਦਾ ਸੌਫਟ ਕਾਰਨਰ ਰਿਹਾ ਪਹਿਲੇ 52 ਦਿਨ। ਅਹਿਬਾਬ ਗਰੇਵਾਲ ਬਹੁਤ ਸਿੱਧਾ ਸਵਾਲ ਚੱਕਤਾ ਦੀਵਾਨ ਅਰੋੜਾ ਹਰਾਂ ਨੇ, ਇਹਦਾ ਜਵਾਬ ਦੇ ਦਿਓ। ਮੈਂ ਆ ਰਿਹਾ ਦੀਵਾਨ ਜੀ, ਆ ਰਿਹਾ ਸਰ, ਜਵਾਬ ਲੈ ਲਈਏ। ਦੀਵਾਨ ਜੀ ਸਰ ਇੱਕ ਨਾ ਠੀਕ, ਦੀਵਾਨ ਜੀ ਜਵਾਬ ਲੈ ਲਈਏ, ਦੀਵਾਨ ਜੀ ਜਵਾਬ ਲੈ ਲਈਏ, ਦੀਵਾਨ ਜੀ ਜਵਾਬ ਲੈ ਲਈਏ।
ਲਓ ਜੀ, ਕੋਈ ਲੌਜੀਕ ਵਾਲੀ ਗੱਲ ਹੋਵੇ ਨਾ ਜੀ, ਫਿਰ ਤਾਂ ਬੰਦਾ ਗੱਲ ਵੀ ਕਰੇ। ਇੰਨੇ ਸਾਲ ਸਰਕਾਰ ਰਹੀ, ਉਦੋਂ ਅਸੀਂ ਜੂਨੀਅਰ ਪਾਰਟਨਰ ਹੁੰਦੇ ਸੀਗੇ। ਅੱਜ ਪਹਿਲੀ ਵਾਰੀ ਪੰਜਾਬ 'ਚ ਇੱਕ ਜਿਹੜਾ ਪੋਲੀਟੀਕਲ ਜਿਹੜਾ ਪੈਟਰਨੇਜ ਸੀਗੀ ਗੈਂਗਸਟਰਸ ਨੂੰ, ਉਹ ਖਤਮ ਹੋਈ ਆ। ਅਸੀਂ ਕਿਤੇ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਨਹੀਂ। ਜਿਹੜਾ ਕੋਈ ਸਲਿੱਪ ਅਪ ਹੋਇਆ, ਮੈਂ ਦੀਵਾਨ ਜੀ ਰੁਕ ਜਾਓ 2 ਮਿੰਟ, ਮੈਂ ਐਕਸੈਪਟ ਕਰਦਾ, ਪਰ ਇਹ ਹੁਣ ਜ਼ਿੰਦਾ ਪੜਨ ਦੀ ਕਹਿੰਦੇ ਆ, ਗੱਲਾਂ ਕਰਦੇ ਆ। ਜਦੋਂ ਕਸ਼ਮੀਰ 'ਚ ਟੈਰਰਿਸਟ ਨੂੰ ਸਰੈਂਡਰ ਕਰਨ ਨੂੰ ਕਿਹਾ ਜਾਂਦਾ, ਉਸ ਤੋਂ ਬਾਅਦ ਤੁਹਾਡਾ ਆਈਟੀ ਸੈੱਲ ਵੀਡੀਓ ਬਣਾ ਕੇ ਭੇਜਦਾ ਕਿ ਰਾਸ਼ਟਰ ਰਾਈਫਲ ਲੌ ਪੁਰਸ਼, ਉਹ ਕੀ ਗੱਲ ਹੁੰਦੀ ਹੈ ਜੀ? ਜਦੋਂ ਅਗਲਾ ਗੋਲੀ ਚਲਾਊਗਾ ਤਾਂ ਪੁਲਿਸ ਵਾਲੇ ਮਰਵਾ ਲਈਏ ਵਿਚਾਰੇ, ਪੁਲਿਸ ਵਾਲੇ ਦੀ ਜਾਨਾਂ ਗਵਾ ਲਈਏ, ਪਹਿਲੀ ਗੱਲ। ਦੂਜੀ ਗੱਲ, ਜਦੋਂ ਰਾਜ 'ਚ ਸੀ ਉਦੋਂ ਬੋਲੇ ਨਹੀਂ, ਉਦੋਂ ਸਾਰਾ ਕੁਝ ਬਣ ਗਿਆ। ਹੁਣ ਮੈਂ ਜਿਹੜੀ ਗੱਲ ਸਾਰੇ ਨਹੀਂ ਕਹਿੰਦੇ, ਮੈਂ ਬੋਲ ਵੀ ਦਿੰਦਾ KP ਜੀ, ਮੈਂ ਸਿੱਧਾ ਕਹਿਣਾ, 2 ਗੁੱਟ ਨੇ ਦਿਨਾਂ ਨੂੰ 2 ਪੋਲੀਟੀਕਲ ਖੇਮਿਆਂ ਤੋਂ ਸੰਰਕਸ਼ਣ ਸੀ। ਇੱਕ ਸੰਰਕਸ਼ਣ ਪਾਉਂਦਾ ਸੀਗਾ ਇੱਕ ਤਰ੍ਹਾਂ ਦੇ ਖੇਮੇ ਚੋਂ, ਦੂਜਾ ਗਰੁੱਪ ਸੰਰਕਸ਼ਣ ਪਾਉਂਦਾ ਸੀ ਦੂਜੇ ਖੇਮੇ ਚੋਂ, ਦੂਜੀ ਸਰਕਾਰ ਵੇਲੇ। ਇਹਨਾਂ ਗਰੁੱਪਾਂ ਦੀ ਕਲੈਸ਼ ਹੈ, ਜਿਹੜੀ ਗੱਲ ਕਲੀਅਰ ਆ ਰਹੀ ਹੈ। ਐਂਡ ਜਿਹੜੇ ਪੋਲੀਟੀਕਲ ਲਿੰਕ ਨੇ, ਮੈਂ ਆਸ਼ਵਾਸਨ ਦਿੰਦਾ ਕਿ ਪੋਲੀਟੀਕਲ ਲਿੰਕ ਸਾਹਮਣੇ ਆਉਣਗੇ। ਇਹ ਬੰਦੇ ਬਿਲਕੁਲ, ਕੰਵਰ ਸਾਹਿਬ ਦੀ ਗੱਲ ਠੀਕ ਹੈ ਕਿ ਇਹ ਲੋਕ ਤਾਂ ਪ੍ਰੋਫੈਸ਼ਨਲ ਸ਼ੂਟਰ ਸੀਗੇ, ਬਟ ਇਹਨਾਂ ਨੂੰ ਇੱਕ ਜਦੋਂ ਹੁਣ ਆਪਾਂ ਰਿਕਾਰਡ ਖੰਗਾਲਣ ਲੱਗਾਂਗੇ, DGP ਸਾਹਿਬ ਨੇ ਬਿਲਕੁਲ ਸਹੀ ਕਿਹਾ, ਉਹ ਇਹ ਕਰਨਾ ਚਾਹੁੰਦੇ ਆ ਕਿਉਂਕਿ ਇੱਕ ਪੋਲੀਟੀਕਲ ਜਿਹੜੀ ਐਸਟੈਬਲਿਸ਼ਮੈਂਟ ਹੈ ਉਹਦੇ ਵੱਲੋਂ ਕਲੀਅਰ ਇੰਸਟਰਕਸ਼ਨਸ ਨੇ ਕਿ ਕਿਸੇ ਵੱਲੋਂ ਵੀ ਕੋਈ ਇੰਟਰਫੇਰੈਂਸ, ਕੋਈ ਸੰਰਕਸ਼ਣ ਨਹੀਂ ਹੋਏਗਾ। ਹੁਣ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਣਾ, ਇਨਵੈਸਟੀਗੇਸ਼ਨ ਚਾਲੂ ਹੋ ਲੈਣਗੇ। ਹਾਂ ਬੋਲੋ ਅਹਿਬਾਬ ਗਰੇਵਾਲ, ਪੋਲੀਟੀਕਲ ਲਿੰਕੇਜ ਤੇ ਤੁਸੀਂ ਬਹੁਤ ਖੁੱਲ ਕੇ ਬੋਲਦੇ ਹੋ, ਪਹਿਲਾਂ ਵੀ ਬੋਲਦੇ ਰਹੇ ਹੋ। ਹੁਣ ਦੀਵਾਨ ਅਮਿਤ ਅਰੋੜਾ ਨੇ ਸਵਾਲ ਚੱਕ ਲਿਆ, ਤੁਸੀਂ ਫਿਰ ਬੋਲਣ ਲੱਗ ਪਏ। ਪਰ ਜਿਹੜਾ ਸਵਾਲ ਉਹਨਾਂ ਨੇ ਸਿਕਿਉਰਿਟੀ ਲੀਕੇਜ ਵਾਲਾ ਪੁੱਛਿਆ, ਉਹਦਾ ਜਵਾਬ ਹੀ ਨਹੀਂ ਦਿੰਦੇ ਤੁਸੀਂ। ਉਹ ਤਾਂ ਕੋਰਟ ਨੇ ਵੀ ਪੁੱਛ ਲਿਆ, ਅਹਿਬਾਬ ਗਰੇਵਾਲ, ਕੋਰਟ ਨੇ ਵੀ ਪੁੱਛ ਲਿਆ। ਮੈਂ ਬਿਲਕੁਲ ਕਹਿ ਰਿਹਾ, ਮੈਂ ਉਹਦਾ ਹੀ ਜਵਾਬ ਦਿੱਤਾ ਸੀਗਾ ਕਿ ਜਿੱਥੇ ਸਾਡੇ ਤੋਂ ਦੇਖੋ ਸਿਕਿਉਰਿਟੀ ਘਟਾਈ ਗਈ ਸੀ, ਖਤਮ ਨਹੀਂ ਹੋਈ ਸੀ। ਜਿਹੜੀ ਘਟਾਈ ਗਈ ਸਿਕਿਉਰਿਟੀ ਸੀ, ਨਾਲ ਨਹੀਂ ਸੀ। ਕੋਈ ਵੀ ਬੰਦਾ ਰੀਜ਼ਨੇਬਲ ਸਮਝੂਗਾ ਕਿ ਚਾਹੇ ਇੱਕ ਬੰਦਾ ਵੀ ਆਟੋਮੈਟਿਕ ਵੈਪਨ ਵਾਲਾ ਹੁੰਦਾ, ਇਹ ਮੁਕਾਬਲਾ ਹੁੰਦਾ। ਸਾਡੇ ਤੋਂ ਜਿਹੜੀ ਸਲਿਪ ਅਪ ਹੋਇਆ, ਉਹਦੇ ਤੋਂ ਬਿਲਕੁਲ ਨਹੀਂ ਭੱਜ ਰਹੇ ਹੈਗੇ ਆ। ਹੁਣ ਇੱਕ ਛੋਟੀ ਜਿਹੀ ਥਿਊਰੀ ਹੋਰ ਹੈ ਜੀ, ਉਹ ਤਾਂ ਕਹਿੰਦੇ ਸਿਕਿਉਰਿਟੀ ਘਟਾਉਂਦਾ, ਤੁਸੀਂ ਪਬਲਿਸਿਟੀ ਕਰਤੀ। ਸਵਾਲ ਤਾਂ ਇਹ ਪੁੱਛਦੇ ਪਏ ਹੋ। ਮੈਂ ਉਹੀ ਤਾਂ ਮੈਂ ਉਸ ਚੀਜ਼ ਨੂੰ ਮੈਂ ਕਹਿ ਰਿਹਾ, ਜਿਹੜਾ ਸਲਿਪ ਅਪ ਹੋਇਆ, ਜਿਹੜੀ ਗਲਤੀ ਹੋਈ ਹੈ, ਉਹ ਤੋਂ ਮੈਂ ਨਹੀਂ ਭੱਜ ਰਿਹਾ। ਪਰ ਇੱਕ ਛੋਟੀ ਜਿਹੀ ਥਿਊਰੀ ਹੋਰ ਹੈ, 419 ਬੰਦਿਆਂ ਦੀ ਜੇ ਘਟੀ ਸੀ, ਇੱਕ ਬੰਦੇ ਤੇ ਹਮਲਾ ਹੋਇਆ। ਹੁਣ ਉਹ ਥਿਊਰੀ ਇਹ ਕਹਿੰਦੀ ਹੈ KP ਜੀ ਕਿ ਜਿਹੜੇ ਦਿੱਲੀ ਪੁਲਿਸ ਨੇ, ਮੈਂ ਇਹ ਦਿਸ ਇਜ਼ ਐਨ ਅਨਸਬਸਟੈਂਸ਼ੀਏਟਡ ਥਿਊਰੀ, ਪਰ ਦਿੱਲੀ ਪੁਲਿਸ ਇੱਕ ਥਿਊਰੀ ਇਹ ਕਹਿੰਦੀ ਹੈ ਕਿ ਹਰਿਆਣੇ ਤੇ NCR ਜਿਹੜੇ ਗੈਂਗਸਟਰਸ ਨੇ, ਉਹ ਜਾ ਕੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਮੂਰੇ ਸਰੈਂਡਰ ਕਰ ਦਿੰਦੇ ਨੇ। ਬੱਸ ਸਟੈਂਡ ਤੇ ਕੋਈ ਬੰਦਾ ਕਹਿ ਰਿਹਾ ਹੋਵੇ ਕਿ ਇੰਨੇ ਬੜੇ ਭੁਖਿਆਤ ਗੈਂਗਸਟਰ ਜਿਨ੍ਹਾਂ ਨੂੰ ਸਾਰੇ ਦੇਸ਼ ਦੀ ਪੁਲਿਸ ਲੱਭ ਰਹੀ ਹੈ, ਉਹ ਤੁਹਾਨੂੰ ISBT ਤੇ ਮਿਲ ਜਾਣਗੇ ਜੀ ਖੜੇ। ਇਹ ਥੋੜੀ ਜਿਹੀ ਲੌਜੀਕ ਵਾਲੀ ਗੱਲ ਕਰਨੀ ਪੈਣੀ ਹੈ ਜੀ। ਸਵਾਲ ਹੈ ਸ਼ਸ਼ੀਕਾਂਤ ਜੀ, ਇਹ ਸਵਾਲ ਤੁਹਾਡੇ ਕੋਲ ਆਉਣਾ ਚਾਹੀਦਾ। ਸ਼ਸ਼ੀਕਾਂਤ ਜੀ, ਦਿੱਲੀ ਪੁਲਿਸ ਕੋਲੇ ਸਰੈਂਡਰ ਕਿਉਂ ਕਰਦੇ ਪਏ ਆ? ਇਹਦਾ ਇਸ਼ਾਰਾ ਬਹੁਤ ਵੱਡਾ ਹੈ। ਅਹਿਬਾਬ ਗਰੇਵਾਲ ਸਿੱਧਾ ਨਹੀਂ ਬੋਲਦੇ ਪਏ, ਸਿੱਧੇ ਤੌਰ ਤੇ ਕੇਂਦਰੀ ਏਜੰਸੀਆਂ ਤੇ ਸ਼ੱਕ ਪ੍ਰਗਟਾਇਆ ਜਾ ਰਿਹਾ। ਸ਼ਸ਼ੀਕਾਂਤ ਜੀ देखो जी, पहले तो मैं गल करना चाहना, थोड़ा टीचर ही मार रहा है। गनीमत है, राव सिंह साहब ने कहा कि 419, अरोड़ा साहब ने तो कहते 420 बंदे की सिक्योरिटी गई, तो बंदा 420 नहीं सी, 419 है जी। और दूसरी गल जिहड़ी हैगी है, तुहानूं पता है कि सेंट्रल एजेंसी की गल छड्डो, तुसीं जिहड़े पुलिस हैगे ने, आम तौर पर मेरा अपना एक्सपीरियंस है, जिहड़े इस तरह के बंदे होंदे ने, आम तौर पर किसी न किसी पुलिस वाले दे, ਕਿਸੇ ਨਾ ਕਿਸੇ ਪੋਲੀਟੀਸ਼ੀਅਨ ਦੇ ਸੰਪਰਕ ਵਿੱਚ ਰਹਿੰਦੇ ਹੈਗੇ ਨੇ। ਇਹਨਾਂ ਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਕਹਿੰਦੇ ਹੈਗੇ ਨੇ ਇਨਫੋਰਮਲ, ਤੇ ਇਹਨਾਂ ਦੇ ਥਰੂ ਜਿਹੜਾ ਹੁੰਦਾ ਹੈਗਾ ਕਿ ਆ ਕੇ ਆਤਮ ਸਮਰਪਣ ਕਰ ਦਿੱਤਾ ਜਾਂ ਆ ਕੇ ਪੇਸ਼ ਹੋ ਗਏ। ਬੇਸਿਕਲੀ ਇਹ ਕਹਾਣੀ ਹੁੰਦੀ ਹੈ ਕਿ ਇਹ ਸਾਰੀ ਡਰਾਮਾ ਹੁੰਦਾ ਹੈਗਾ। ਮੋਸਟ ਆਫ ਦੀ ਪਰਸਨਸ, ਉਹਨਾਂ ਦੇ ਆਪਣੇ ਪਤਾ ਹੁੰਦਾ ਹੈ ਕੌਣ ਕਿੱਥੋਂ ਹੈਗਾ, ਆ ਕੇ ਆਤਮ ਡਰਾਮਾ ਕੀਤਾ ਕਿਹਨੇ? ਸ਼ਸ਼ੀਕਾਂਤ ਜੀ, ਦਿੱਲੀ ਪੁਲਿਸ ਨੇ ਡਰਾਮਾ ਕੀਤਾ, ਪੰਜਾਬ ਪੁਲਿਸ ਨੇ ਕੀਤਾ, ਜਾਂ ਇਹ ਪੋਲੀਟੀਕਲ ਪਾਰਟੀਆਂ ਡਰਾਮਾ ਕਰਦੀ ਪਈ? ਡਰਾਮਾ ਕਰਦਾ ਕੌਣ ਪਿਆ ਸ਼ਸ਼ੀਕਾਂਤ ਜੀ? देखो जी, मैं जिस तरह का पॉलिटिकल गल तो करांगा नहीं मैं कदे भी, ते मैं सीधी गल अपने उत्ते लेना है कि असि पुलिस वाले ड्रामा करते हैं कि मैं सीधी गल करना है। नहीं, पुलिस वाले ड्रामा करते हैं। तुसी इस जिहड़ी आ थ्योरी हुण तुसीं दसदे पे हो, ਇਹਦੇ ਵਿੱਚ ਦਿੱਲੀ ਪੁਲਿਸ ਨੇ ਡਰਾਮਾ ਕੀਤਾ ਜਾਂ ਪੰਜਾਬ ਪੁਲਿਸ ਨੇ ਕੀਤਾ? ਕਿਉਂਕਿ ਜਿਹੜੇ ਸਵਾਲ ਉੱਠਦੇ ਪਏ ਆ। ਦੇਖੋ ਸਰ, ਹਾਂ, ਜੇ ਪੰਜਾਬ ਪੁਲਿਸ ਦੇ ਵੱਲੋਂ ਹੁੰਦਾ ਤੇ ਸਾਰਾ ਜਿਹੜਾ ਹੈਗਾ ਬੇਸਿਕਲੀ ਕ੍ਰੈਡਿਟ ਗੇਮਸ ਜਿਹੜਾ ਕਿ ਸਾਰਾ ਦਿੱਲੀ ਪੁਲਿਸ ਦੇ ਵਿੱਚ ਗਿਆ, ਦਿੱਲੀ ਪੁਲਿਸ ਨੂੰ ਮਿਲਿਆ। ਇਹਦਾ ਮਤਲਬ ਸਾਫ਼ ਹੈਗਾ ਕਿ ਇਹ ਬੰਦੇ ਜਿਹੜੇ ਹੈਗੇ ਨੇ ਪੰਜਾਬ ਪੁਲਿਸ ਦੇ ਟੱਚ ਵਿੱਚ ਨਹੀਂ ਸਨ। ਕੋਈ ਕਿਤੋਂ ਫੜਿਆ ਗਿਆ, ਕੋਈ ਕਿਤੋਂ ਨਹੀਂ ਫੜਿਆ ਗਿਆ। ਔਰ ਬੇਸਿਕਲੀ ਅੰਗਰੇਜ਼ੀ ਦੀ ਕਹਾਵਤ ਹੈ ਕਿ ਰੈਡ ਹੈਰਿੰਗ, ਇਹ ਸਾਰੀ ਰੈਡ ਹੈਰਿੰਗ ਸੀ ਕਿ ਬੰਦੇ ਤੁਸੀਂ ਫੜੋ ਗੁਜਰਾਤ ਤੋਂ, ਮਹਾਰਾਸ਼ਟਰ ਤੋਂ, ਦਿੱਲੀ ਤੋਂ, ਹਰਿਆਣੇ ਤੋਂ, ਇੱਥੇ ਬੰਦੇ ਜਿਹੜੇ ਹੈਗੇ ਨੇ ਬੈਠੇ ਨੇ ਰਮਾਨ ਨਾਲ, ਇਸ ਪਾਸੇ ਤੇ ਕਿਸੇ ਧਿਆਨ ਜਾਏ। ਇਟ ਵਾਸ ਆਲ ਰੈਡ ਹੈਰਿੰਗ ਜਿਹਨੂੰ ਅਸੀਂ ਕਹਿੰਦੇ ਹੈਗੇ। ਔਰ ਜਿੱਥੇ ਤੱਕ ਗੱਲ ਹੈਗੀ ਇਹਨਾਂ ਨੂੰ ਫੜ ਕੇ ਕਰਨ ਦੀ, ਇਹ ਜਿਹੜੇ ਬੰਦੇ ਸਾਡੇ ਕੋਲ ਹੈਗੇ ਨੇ, ਇਹ 2 ਬੰਦੇ ਜਿਹੜੇ ਕੱਲ ਮਾਰੇ ਗਏ ਭਗਵਾਨਪੁਰੀਆ ਗੈਂਗ ਦੇ ਸਨ, ਲਾਰੈਂਸ ਬਿਸ਼ਨੋਈ ਗੈਂਗ ਦੇ ਨਹੀਂ ਸਨ।
ਬੇਸਿਕਲੀ ਇਟ ਮੀਨਸ ਕਿ ਗੈਂਗ ਜਿਹੜੇ ਹੈਗੇ ਨੇ ਆਪਸ ਵਿੱਚ ਹੱਥ ਮਿਲਾ ਰਹੇ ਹੈਗੇ, ਦੇ ਨੋ ਪਲੈਨਿੰਗ। ਇਹਨਾਂ ਦੇ ਕੋਲ ਪ੍ਰੋਪਰ ਇੰਟਰੋਗੇਸ਼ਨ ਕਰੋ, ਸਾਰੀ ਗੱਲ ਆ ਜਾਏਗੀ ਜਿਹੜੀ ਅਸੀਂ ਕਹਿ ਰਹੇ ਹਾਂ ਕਿ ਬੰਦੇ ਜੋ ਜਿੰਦਾ ਆ ਜਾਂਦੇ, ਯੈਸ ਪਤਾ ਲੱਗ ਜਾਂਦਾ। ਉਹਨਾਂ ਨੇ ਕਹਿਣਾ ਸੀ ਕਿ ਗੋਲਡੀ ਨੇ ਦੱਸਿਆ, ਜਿੱਦਾਂ ਕਿ ਸਾਰੇ ਦੁਨੀਆ ਨੂੰ ਪਤਾ ਅਸਲੀ ਬੰਦੇ ਕਿਹੜੇ, ਉਹਨਾਂ ਦੇ ਬਾਰੇ ਤਾਂ ਸਿਰ ਲਾਰੈਂਸ ਨੂੰ ਪਤਾ ਹੈਗਾ ਜਾਂ ਭਗਵਾਨ ਪੁਰੀ ਨੂੰ ਪਤਾ ਹੈਗਾ। ਤੁਸੀਂ ਸ਼ਸ਼ੀਕਾਂਤ ਜੀ ਸਿੱਧਾ ਕਹਿ ਰਹੇ, ਸ਼ਸ਼ੀਕਾਂਤ ਜੀ ਸਿੱਧਾ ਕਹਿ ਰਹੇ ਹੋ, ਸ਼ਸ਼ੀਕਾਂਤ ਜੀ ਸਿੱਧਾ ਕਹਿ ਰਹੇ ਹੋ ਪੋਲੀਟੀਕਲ ਪੈਟਰਨੇਜ ਹੈ। ਤਾਂ ਪੋਲੀਟੀਕਲ ਪੈਟਰਨੇਜ ਹਮੇਸ਼ਾ ਹੁੰਦੀ ਹੈਗੀ। ਹਾਂ, ਚਾਹੇ ਕਿਸੇ ਸਟੇਟ ਦਾ ਦੇਖ ਲਓ, ਅਗਰ ਜੇ ਪੋਲੀਟੀਕਲ ਪੈਟਰਨੇਜ ਜਾਂ ਪੁਲਿਸ ਪੈਟਰਨੇਜ ਨਾ ਹੋ ਇੱਕ ਸੈਕਸ਼ਨ ਦੀ, ਤੇ ਬੰਦੇ ਜਿਹੜੇ ਹੈਗੇ ਪਹਿਲੇ ਹੀ ਦਿਨ ਫਾਹੇ ਤੇ ਆ ਜਾਣਗੇ। ਇਹਨਾਂ ਦਾ ਇਸਤੇਮਾਲ ਹੁੰਦਾ ਹੈਗਾ, ਪੁਲਿਸ ਵੀ ਕਰਦੀ ਹੈਗੀ ਇਹ ਸੈਕਸ਼ਨ ਆਫ ਪੁਲਿਸ, ਇਹ ਸੈਕਸ਼ਨ ਆਫ ਪੋਲੀਟੀਸ਼ੀਅਨਸ ਵੀ ਕਰਦੇ ਆ। ਤੁਸੀਂ ਸਮਝਦੇ ਇਲੈਕਸ਼ਨ ਚ ਇਹਦਾ ਇਸਤੇਮਾਲ ਨਹੀਂ ਹੁੰਦਾ, ਤੁਸੀਂ ਸਮਝਦੇ ਪੁਲਿਸ ਦੇ ਇਨਫਾਰਮਰ ਜਿਹੜੇ ਹੁੰਦੇ ਨੇ ਬੜੇ ਦੂਜੇ ਤੋਤੇ ਹੁੰਦੇ ਹੈਗੇ। ਚਲੋ ਬੜਾ ਇੰਪੋਰਟੈਂਟ ਸਵਾਲ ਤੁਸੀਂ ਮੈਨੂੰ ਦੇਤਾ ਸ਼ਸ਼ੀਕਾਂਤ ਜੀ, ਬੜਾ ਇੰਪੋਰਟੈਂਟ ਸਵਾਲ ਦੇਤਾ ਤੁਸੀਂ ਮੈਨੂੰ। ਇੱਕ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਬਾਅਦ ਵਾਪਸ ਆਊਂਗਾ। ਸਵਾਲ ਇਹ ਹੋਣਾ ਚਾਹੀਦਾ ਕਿ ਇਹਨਾਂ ਨੂੰ ਉਦੋਂ ਤਾਂ ਨਹੀਂ ਮਾਰਿਆ ਜਾਂਦਾਗਾ ਜਦੋਂ ਇਹ ਸ਼ੱਕ ਹੁੰਦਾ ਕਿ ਹੁਣ ਪਤਾ ਨਹੀਂ ਕਿਹੜੀ ਕੜੀ ਜੁੜ ਜਾ ਰਹੀ ਹੈ। ਜਦੋਂ ਸ਼ਸ਼ੀਕਾਂਤ ਜੀ ਇਹ ਇਸ਼ਾਰਾ ਕਰਦੇ ਪਿਆ ਉਦੋਂ ਇਹ ਸਵਾਲ ਆਉਂਦਾ ਤੇ ਵਾਪਸ ਆ ਕੇ ਪੁੱਛੂੰਗਾ। ਇੱਕ ਵਾਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਪੁੱਛੇ, ਗੈਂਗਸਟਰਵਾਦ ਖਿਲਾਫ ਪੰਜਾਬ ਸਰਕਾਰ ਦੇ ਐਕਸ਼ਨ ਪਲਾਨ 'ਚ ਸਭ ਤੋਂ ਵੱਡਾ ਅੜਿੱਕਾ ਕੀ ਹੈ? ਸ਼ਸ਼ੀਕਾਂਤ ਜੀ, ਇੱਕ ਥਿਊਰੀ ਇਹ ਵੀ ਕਹੀ ਜਾ ਰਹੀ ਹੈ, ਪੁੱਛੀ ਜਾ ਰਹੀ ਹੈ ਕਿ ਜਦੋਂ ਸਬੂਤ ਮਟਾਉਣੇ ਹੁੰਦੇ ਆ, ਜਦੋਂ ਇਹ ਪਤਾ ਲੱਗਣਾ ਹੁੰਦਾ ਕਿ ਕੜੀ ਕਿਤੇ ਅਖੀਰ ਤੱਕ ਨਾ ਜੁੜ ਜੇ, ਉਦੋਂ ਮਾਰ ਦਿਓ। ਤੁਸੀਂ ਇਸ ਥਿਊਰੀ ਨਾਲ ਇਤਫਾਕ ਰੱਖਦੇ ਹੋ ਸ਼ਸ਼ੀਕਾਂਤ ਜੀ? ਮੈਨੂੰ ਤੁਹਾਡੇ ਸਵਾਲ ਜਵਾਬ ਦੇ ਵਿੱਚੋਂ ਹੀ ਸਵਾਲ ਮਿਲਿਆ ਇਹ। ਬਿਲਕੁਲ ਤੁਸੀਂ ਠੀਕ ਕਰ ਰਹੇ ਹੋ। ਜਦੋਂ ਕੈਨੇਡੀ ਦਾ ਮਰਡਰ ਹੋਇਆ ਸੀਲੀ ਹਾਵੇ, ਉਸ ਵਾਰਡ ਨੂੰ ਕਿਉਂ ਮਾਰ ਦਿੱਤਾ ਗਿਆ ਸੀ? ਇਸ ਤਰ੍ਹਾਂ ਦਾ ਪਹਿਲਾ ਇੰਸਟੈਂਸ ਨਹੀਂ ਹੈਗਾ, ਹਰ ਵਾਰ ਇੰਸਟੈਂਸ ਹੁੰਦਾ ਹੈਗਾ। ਦੈਟ ਇਜ਼ ਦ ਮੋਸਟ ਡੇਅਰਿੰਗ ਐਗਜ਼ਾਮਪਲ ਜਿਸ ਸਾਰੀ ਦੁਨੀਆ ਜਿਹਦੇ ਹੁਣ ਵੀ ਕਿੰਤੂ ਪਰੰਤੂ ਕਰ ਰਹੀ ਹੈ। ਕੈਨੇਡੀ ਤੋਂ ਮਾਰਨ ਦੇ ਬਾਅਦ ਜੇ ਹਾਵੇ ਉਸ ਵਾਰਡ ਨੂੰ ਕਿਉਂ ਮਾਰ ਦਿੱਤਾ ਗਿਆ ਸੀ? ਗੋਟ ਦਾ ਆਨਸਰ? ਯੈਸ ਸਰ। ਦੀਵਾਨ ਜੀ ਤੁਸੀਂ ਇਸ ਜਵਾਬ ਦੇ ਨਾਲ ਇਤਫਾਕ ਰੱਖਦੇ ਹੋ? ਦੀਵਾਨ ਜੀ ਦੇਖੋ ਗੱਲ ਇਹ ਹੈ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ, ਪੰਜਾਬ ਪੁਲਿਸ ਜਾਂ ਉਹਦੀ ਕਾਰਵਾਈ ਜਾਂ ਵਿਲ ਪਾਵਰ, ਮੈਂ ਸਮਝਦਾ ਵਾਂ ਕਿ ਜਿਹੜਾ ਇਹ ਆਪਰੇਸ਼ਨ ਹੈ ਜਾਂ ਜਿਹੜੇ ਪਿਛਲੇ 52 ਦਿਨ ਦੇ ਵਿੱਚ ਕਾਰਵਾਈਆਂ ਹੋਈਆਂ ਗੈਂਗਸਟਰ ਨੂੰ ਫੜਨ ਦੀਆਂ, ਇਹ ਇੱਕ ਜੁਆਇੰਟ ਐਕਸ਼ਨ ਹੋਇਆ। ਚਾਹੇ ਉਹ ਦਿੱਲੀ ਪੁਲਿਸ ਦਾ ਹੋਇਆ, ਚਾਹੇ ਉਹ ਪੰਜਾਬ ਪੁਲਿਸ ਦਾ ਹੋਇਆ, ਚਾਹੇ ਉਹ ਬਾਹਰਲੀਆਂ ਸਟੇਟਾਂ ਦੀ ਪੁਲਿਸ ਦਾ ਹੋਇਆ। ਇੱਕ ਜੁਆਇੰਟ ਆਪਰੇਸ਼ਨ ਦੇ ਨਾਲ ਹੀ ਇਹ ਕਾਮਯਾਬੀ ਮਿਲੀ ਹੈ। ਲੇਕਿਨ ਮੈਂ ਸਮਝ ਜਾਵਾਂਗੇ ਇਹ ਜਿਹੜੇ ਅਸਲੀ ਮੋਹਰੇ ਹੈ, ਜਿਹੜੇ ਕਿ ਇਹਨਾਂ ਦੇ ਗੈਂਗਸਟਰ ਦੇ ਮਗਰ ਬੈ ਕੇ, ਉਹ ਬੜੀ ਵੱਡੀ ਇੱਕ ਲਾਈਨ ਹੈ, ਉਹ ਲਾਈਨ ਟ੍ਰੇਸ ਕਰਨੀ ਜਿਹੜੀ ਹੈ ਉਹ ਇੱਕ ਬੜਾ ਦੀਵਾਨ ਜੀ ਜਿਹੜਾ ਲੌਜਿਕ ਤੁਸੀਂ ਦੇ ਰਹੇ ਹੋ, ਦੀਵਾਨ ਜੀ ਜੁਆਇੰਟ ਆਪਰੇਸ਼ਨ ਨਾਲ ਹੋਇਆ, ਇਹ ਪੁਲਿਸ ਦੀ ਆਪਸੀ ਕੋਆਰਡੀਨੇਸ਼ਨ ਕਿੰਨੀ ਕੁ ਹੈ? ਸ਼ਸ਼ੀਕਾਂਤ ਨੇ ਕਹਿਤਾ ਕ੍ਰੈਡਿਟ ਵਾਰ ਚੱਲਦੀ ਪਈ ਹੈ। ਦੀਵਾਨ ਜੀ ਜਦੋਂ ਆਮ ਆਦਮੀ ਪਾਰਟੀ ਇਹ ਸਵਾਲ ਚੁੱਕਦੀ ਪਈ ਹੈ ਕਿ ISBT ਕੋਲੇ ਜਾ ਕੇ ਮਿਲ ਜਾਂਦੇ ਆ, ਉੱਥੇ ਗੈਂਗਸਟਰ ਸਰੈਂਡਰ ਕਰ ਦਿੰਦੇ ਆ, ਉਸ ਥਿਊਰੀ ਦਾ ਕੋਈ ਜਵਾਬ ਨਹੀਂ ਦੇ ਰਹੇ ਤੁਸੀਂ ਦੀਵਾਨ ਜੀ। ਉਹ ਕਿਹੜੀ ਥਿਊਰੀ ਹੈ? ਉੱਥੇ ਕਿਉਂ ਸਰੈਂਡਰ ਹੋ ਰਹੇ ਸੀਗੇ? ਐਸਾ ਨਹੀਂ ਹੈ। ਲਾਰੈਂਸ ਬਿਸ਼ਨੋਈ ਨੇ ਵੀ ਕਿਹਾ ਸੀ ਕਿ ਭਾਈ ਮੈਨੂੰ ਰਸਤੇ ਦੇ ਵਿੱਚ ਇਹਨਾਂ ਨੇ ਮੇਰਾ ਐਨਕਾਊਂਟਰ ਕਰ ਦੇਣਾ। ਉਹ ਹਾਈ ਕੋਰਟ ਦੇ ਵਿੱਚ ਗਿਆ ਸੀ ਲਾਰੈਂਸ ਬਿਸ਼ਨੋਈ। तो ऐसा नहीं है। ये ਜਿਹੜੀ ਗੱਲ ਆਈ ਹੈ ਨਾ ਕਿ ਕੋਈ ਸੈਕਸ਼ਨ ਜਿਹੜਾ ਗਰੇਵਾਲ ਜੀ ਨੇ ਕਿਹਾ ਕੋਈ ਸੈਕਸ਼ਨ ਕਿਸੇ ਪੋਲੀਟੀਕਲ ਪਾਰਟੀ ਦੀ ਸਪੋਰਟ ਹੈ, ਕਿਸੇ ਸੈਕਸ਼ਨ ਨੂੰ ਕਿਸੇ ਪੋਲੀਟੀਕਲ ਪਾਰਟੀ ਦੀ ਸਪੋਰਟ ਹੈ, ਇਹ ਆਪਣੇ ਆਪ ਦੇ ਵਿੱਚ ਗੈਂਗਸਟਰਸ ਨੂੰ ਵੀ ਇਹ ਡਰ ਹੈ ਕਿ ਜਿੱਥੇ ਕਿਹੜੀ ਸਟੇਟ ਦੀ ਕਿੱਥੇ ਕਿਹੜੀ ਸਰਕਾਰ ਹੈ। ਦੀਵਾਨ ਜੀ ਇਹ ਕੇਸ CBI ਨੂੰ ਕ੍ਰੈਕ ਕਰਨਾ ਚਾਹੀਦਾ ਸੀਗਾ। ਬਿਲਕੁਲ ਕਰਨਾ ਚਾਹੀਦਾ। ਅੱਛਾ, ਹਜੇ ਵੀ ਤੁਹਾਨੂੰ ਸ਼ੱਕ ਹੈ? ਨਾਲੇ ਐਨਕਾਊਂਟਰ ਦੀ ਸ਼ਾਬਾਸ਼ੀ ਵੀ ਦੇਈ ਜਾਂਦੇ ਹੋ, ਕਿਹੜੇ ਪਾਸੇ ਖੜੇ ਹੋ ਸਰ? ਮੈਂ ਇਹ ਤਾਂ ਜਾਣਨਾ ਚਾਹ ਰਿਹਾ। ਮੈਨੂੰ ਤੁਹਾਡੀ ਗੱਲ ਕਲੀਅਰ ਨਹੀਂ ਸੁਣਾਈ ਦਿੱਤੀ, ਜਰਾ ਦੁਬਾਰਾ ਆਪਣੀ। ਮੈਂ ਇਹ ਤਾਂ ਪੁੱਛ ਰਿਹਾ ਸਰ, CBI ਨੂੰ ਕ੍ਰੈਕ ਕਰਨਾ ਚਾਹੀਦਾ ਸੀ ਸਾਰਾ ਕੇਸ, ਕਿਸੇ ਹੋਰ ਏਜੰਸੀ ਨੂੰ ਕਰਨਾ ਚਾਹੀਦਾ ਸੀਗਾ? ਸਟੇਟ ਪੁਲਿਸ ਤੇ ਸ਼ੱਕ ਹੈ ਤੁਹਾਨੂੰ? नहीं शक नहीं है। मैं तो कहना वा कि स्टेट पुलिस ने बहुत वधिया काम किया और लेकिन विल पावर ਜਦੋਂ ਦੇ DGP चेंज ਹੋਏ ਆ ਇਹ ਉਹਨਾਂ ਦੀ ਵਿਲ ਪਾਵਰ ਦੇ ਨਾਲ ਦੇ ਕੰਮ ਹੋਇਆ। ਚਲੋ
ਮੈਂ ਕ੍ਰੈਡਿਟ ਨਾ ਮੈਂ ਕ੍ਰੈਡਿਟ ਪ੍ਰਦੇਸ਼ ਦੇ ਮੁੱਖ ਮੰਤਰੀ ਜਿਹੜੇ ਕਿ ਕਮਜ਼ੋਰ ਮੁੱਖ ਮੰਤਰੀ ਆ, ਮੈਂ ਉਹਨਾਂ ਨੂੰ ਕ੍ਰੈਡਿਟ ਨਹੀਂ ਦੇਣਾ ਚਾਹੁੰਦਾ। ਚਲੋ ਹੁਣ ਤੁਹਾਡੀ ਡਿਮਾਂਡ ਤਾਂ ਨਹੀਂ ਹੈਗੀ ਸੀਬੀਆਈ ਕੋਲੇ ਕੇਸ ਜਾਣਾ ਚਾਹੀਦਾ ਜਾਂ ਹੈਗੀ ਆ ਸਰ, ਉਹ ਦੱਸੋ ਨਾ। ਇਹ ਤਾਂ ਪਰਿਵਾਰ ਨੇ ਕੀਤੀ ਹੋਈ ਹੈ, ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਡਿਮਾਂਡ ਹੈ। ਪਰਿਵਾਰ ਨੇ ਤਾਂ ਬਹੁਤ ਡਿਮਾਂਡਾਂ ਕੀਤੀਆਂ ਸਰ, ਪਰਿਵਾਰ ਤਾਂ ਕੇਂਦਰੀ ਗ੍ਰਹਿ ਮੰਤਰੀ ਤੱਕ ਨੂੰ ਮਿਲਿਆ ਏ। ਤੁਸੀਂ ਆਪਦਾ ਦੱਸੋ ਨਾ ਬੀਜੇਪੀ ਦਾ ਸਟੈਂਡ ਕੀ ਅੱਜ? ਇਹਦੀ ਛੇਤੀ ਇਹ ਮਸਲਾ ਹੱਲ ਨਹੀਂ ਹੋਇਆ। ਇਹਦੀਆਂ ਜੜ੍ਹਾਂ ਜਿਹੜੀਆਂ ਬਹੁਤ ਗਹਿਰਾਈ ਤੱਕ ਹੈ। ਚਲੋ ਠੀਕ ਹੈ ਪੱਠਲ ਸਾਹਿਬ ਪੰਜਾਬ ਪੁਲਿਸ ਸਮਰੱਥ ਹੈ ਇਸ ਪੂਰੇ ਕੇਸ ਨੂੰ ਕ੍ਰੈਕ ਕਰਨ ਦੇ ਵਾਸਤੇ, ਜਾਂ ਸ਼ਸ਼ੀਕਾਂਤ ਹਰੀ ਜਿਵੇਂ ਕਹਿ ਰਹੇ ਕ੍ਰੈਡਿਟ ਵਾਰ ਬੀਜੇਪੀ ਨੇ ਸਟੈਂਡ ਲਿੱਤਾ ਹੈ ਸੀਬੀਆਈ ਇਨਕੁਆਇਰੀ ਹੋਵੇ, ਤੁਹਾਡਾ ਸਟੈਂਡ ਅੱਜ ਕੀ ਹੈ ਮਿਸਟਰ ਪੱਠਲ? ਦੇਖੋ ਸਰ, ਪਹਿਲੀ ਗੱਲ ਤਾਂ ਹੈ ਕਿ ਪੰਜਾਬ ਪੁਲਿਸ ਆਪਣੇ ਆਪ 'ਚ ਸਮਰੱਥ ਹੈ ਜੇ ਉਹ ਕੰਮ ਕਰਨਾ ਚਾਹਵੇ, ਪਰ ਇਹਦੇ 'ਚ ਇੱਕ ਵਾਈਡਰ ਐਂਗਲ ਦੇਖੋ ਵੀ ਇੱਕ ਸਿੱਧੂ ਮੂਸੇਵਾਲਾ ਇੱਕ ਆਮ ਘਰ 'ਚੋਂ ਇੱਕ ਆਮ ਪਿੰਡ 'ਚੋਂ ਉੱਠ ਕੇ ਇੱਕ ਬਹੁਤ ਵੱਡਾ ਸਟਾਰ ਬਣਿਆ ਸੀ, ਜਿਹਨੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਨੂੰ ਰੋਸ਼ਨ ਕੀਤਾ, ਪੱਗ ਨੂੰ ਰੋਸ਼ਨ ਕੀਤਾ, ਪੰਜਾਬ ਦਾ ਨਾਂ ਦੁਨੀਆ ਦੇ ਹਰ ਦੇਸ਼ ਹਰ ਸੂਬੇ 'ਚ ਲੈ ਕੇ ਗਿਆ। ਸਰ ਤੁਸੀਂ ਪੱਠਲ ਸਾਹਿਬ ਅੱਜ ਤੁਸੀਂ ਸਿੱਧੂ ਮੂਸੇਵਾਲੇ ਸੋਲੇ ਗਾਉਂਦੇ ਪਏ ਹੋ, ਤੁਸੀਂ ਚੋਣਾਂ ਵੇਲੇ ਆਪਦੇ ਪ੍ਰਚਾਰ ਚੱਕ ਕੇ ਦੇਖੋ। ਪੱਠਲ ਸਾਹਿਬ ਮੈਂ ਜਿਹੜਾ ਸਵਾਲ ਕੀਤਾ ਉਹਦਾ ਜਵਾਬ ਦਿਓ ਨਾ। ਪੱਠਲ ਸਾਹਿਬ ਮੈਂ ਜਿਹੜਾ ਸਵਾਲ ਕੀਤਾ, ਅੱਜ ਸਿੱਧੂ ਮੂਸੇਵਾਲੇ ਸੋਲੇ ਗਾਉਣ ਦਾ ਕੋਈ ਫਾਇਦਾ ਨਹੀਂ ਹੈ। ਪੱਠਲ ਸਾਹਿਬ ਉਹ ਚਲਾ ਗਿਆ ਸਰ, ਸੋਲੇ ਨਹੀਂ ਕਰ ਰਿਹਾ ਸਰ, ਮੈਂ ਸੋਲੇ ਨਹੀਂ ਕਰ ਰਿਹਾ। ਜਿਹੜਾ ਐਪੀਸੋਡ ਹੋਇਆ ਨਾ ਉਹਦੇ ਪਿੱਛੇ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਦੇ ਰਿਹਾ, ਮੈਂ ਸੋਲੇ ਨਹੀਂ ਕਰ ਰਿਹਾ ਵੀ ਇਹ ਕੌਣ ਇਨਸਾਨ ਜਿਹੜਾ ਪੰਜਾਬ ਦੇ ਨਾਂ ਨੂੰ ਰੋਸ਼ਨ ਕਰ ਰਿਹਾ ਸੀ, ਉਸ ਇਨਸਾਨ ਨੂੰ ਕਿਹੜੀਆਂ ਤਾਕਤਾਂ ਨੇ ਟਾਰਗੇਟ ਕਰਕੇ ਖਤਮ ਕਰਵਾਇਆ। ਆਪਾਂ ਨੂੰ ਅੱਜ ਇਹ ਦੇਖਣਾ ਚਾਹੀਦਾ, ਕਿਉਂਕਿ ਫਿਰ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਕਿ ਮਰੇ ਤਾਂ ਪੰਜਾਬੀ ਹੋਈ ਨੇ ਨਾ। ਨਹੀਂ ਕੌਣ ਕ੍ਰੈਕ ਕਰੂਗਾ ਅੱਜ ਇਹ ਇਮੋਸ਼ਨਲ ਡਿਬੇਟ ਨਹੀਂ ਕਰ ਰਿਹਾ ਮੈਂ ਪੱਠਲ ਸਾਹਿਬ, ਮੈਂ ਇਮੋਸ਼ਨਲ ਡਿਬੇਟ ਨਹੀਂ ਕਰ ਰਿਹਾਗਾ, ਮੈਂ ਬੜੀ ਪ੍ਰੋਫੈਸ਼ਨਲ ਡਿਬੇਟ ਕਰ ਰਿਹਾ ਪੱਠਲ ਸਾਹਿਬ। ਕੌਣ ਕ੍ਰੈਕ ਕਰੂਗਾ? ਇਹ ਤਾਂ ਮੋਰੇ ਸੀਗੇ, ਕੌਣ ਕ੍ਰੈਕ ਕਰੂਗਾ ਦੱਸੋ ਨਾ ਮੈਨੂੰ। ਇਹੀ ਤਾਂ ਪੰਜਾਬ ਦੀ ਬਦਕਿਸਮਤੀ ਹੈ ਕਿ ਪੰਜਾਬ ਵਿਰੋਧੀ ਤਾਕਤਾਂ ਦੇ ਨੂੰ ਪੰਜਾਬ ਦੇ ਹੱਕ 'ਚ ਕਿਹਨੂੰ ਕਹੀਏ, ਕੇਂਦਰ ਨੂੰ ਕਹੀਏ ਕਿ ਸੂਬੇ ਨੂੰ ਕਹੀਏ, ਦੱਸੋ ਇਸ ਵੇਲੇ ਕਿਹੜੀਆਂ ਤਾਕਤਾਂ ਬਾਰੇ ਦੱਸੂਗੀ, ਕਿਹੜੀ ਏਜੰਸੀ ਦੱਸੂਗੀ ਸਰ? ਪੱਠਲ ਸਾਹਿਬ ਜਦ ਪੰਜਾਬ ਪਹਿਲਾਂ ਹੀ ਦਿੱਲੀ ਦੇ ਥੱਲੇ ਆਇਆ ਹੋਇਆ ਜੀ, ਹੁਣ ਦਿੱਲੀ ਨਹੀਂ ਕਰਨਾ, ਦਿੱਲੀ ਨੇ ਪੰਜਾਬ ਦੇ ਹੱਕ 'ਚ ਕੁਝ ਕਰਨਾ ਨਹੀਂ। ਕਮਰ ਹਰਪ੍ਰੀਤ ਸਿੰਘ ਤੁਸੀਂ ਸਾਰੇ ਫਸੇ ਪਏ ਹੋ, ਹੁਣ ਤੁਹਾਨੂੰ ਸਮਝ ਨਹੀਂ ਆ ਰਿਹਾ ਕਿਹੜੀ ਏਜੰਸੀ ਹੈ ਸਮਰੱਥ ਹੈ? ਦਿੱਲੀ ਪੁਲਿਸ, ਪੰਜਾਬ ਪੁਲਿਸ, ਸੀਬੀਆਈ, ਕਿੱਥੇ ਜਾ ਕੇ ਤੁਹਾਨੂੰ ਵਿਸ਼ਵਾਸ ਹੈ? ਮੈਨੂੰ ਇਹ ਤਾਂ ਦੱਸ ਦਿਓ ਕਮਰ ਹਰਪ੍ਰੀਤ ਸਿੰਘ। ਜਾਂ ਪੰਜਾਬ ਪੁਲਿਸ ਦੀ ਇਸ ਕਾਰਵਾਈ ਨੇ ਤੁਹਾਨੂੰ ਫਸਾ ਕੇ ਰੱਖਤਾ ਕਿ ਹੁਣ ਤੁਸੀਂ ਬਿਆਨ ਕਿਹੜਾ ਦੇਣਾ ਤੇ ਉਸ ਵੇਲੇ ਤੁਹਾਨੂੰ ਸੋਚਣਾ ਪੈ ਰਿਹਾ ਹੋ? ਐਸੀ ਤਾਂ ਕੋਈ ਗੱਲ ਨਹੀਂ। ਦੇਖੋ ਕੇਪੀ ਸਿੰਘ ਜੀ, ਗੱਲ ਇਹ ਹੈ ਜਦੋਂ ਵੀ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਨਾ, ਤੇ ਜਿਹੜੀਆਂ ਵੀ ਏਜੰਸੀਆਂ ਚਾਹੇ ਕੇਂਦਰ ਦੀਆਂ ਹੋਣ ਜਾਂ ਸਟੇਟ ਦੀਆਂ ਹੋਣ, ਤੇ ਸਾਡੀ ਇਹ ਮੰਗ ਹੁੰਦੀ ਹੈ ਵੀ ਜਲਦ ਤੋਂ ਜਲਦ ਉਸ ਕੇਸ ਨੂੰ ਸੁਲਝਾਇਆ ਜਾਵੇ। ਤੇ ਜਦੋਂ ਤੱਕ ਜਿਸ ਤੱਕ ਮੁੱਦਾ ਲਾਅ ਐਂਡ ਆਰਡਰ ਦਾ ਹੁੰਦਾ ਹੈ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਆਮ ਲੋਕਾਂ ਦੇ ਵਿੱਚ ਇੱਕ ਪੈਨਿਕ ਫੈਲ ਜਾਂਦਾ ਹੈ, ਤੇ ਉਸ ਨੂੰ ਘਟਾਉਣ ਦੇ ਲਈ ਬਿਲਕੁਲ ਸਰਕਾਰਾਂ ਦਾ ਕੰਮ ਹੈ, ਡਿਊਟੀ ਹੈ ਕਿ ਉਹ ਵੱਡੇ ਤੋਂ ਵੱਡੇ ਜੋ ਵੀ ਐਕਸ਼ਨ ਮੁਫੀਦ ਹੈ ਉਹ ਲੈਣ। ਜਿੱਥੇ ਤੱਕ ਸਵਾਲ ਹੈ ਪੰਜਾਬ ਪੁਲਿਸ ਹਮੇਸ਼ਾ ਬਹਾਦਰੀ ਨਾਲ ਕੰਮ ਕੀਤਾ। ਪੰਜਾਬ ਪੁਲਿਸ ਨੇ ਇਹ ਪੰਜਾਬ ਦੇ ਵਿੱਚ ਜੇ ਅਮਨ ਸ਼ਾਂਤੀ ਤੇ ਖੁਸ਼ਹਾਲੀ ਵਾਪਸ ਦੁਬਾਰਾ ਕਾਇਮ ਹੋਈ ਹੈ ਤੇ ਉਹਦੇ ਪਿੱਛੇ ਪੰਜਾਬ ਪੁਲਿਸ ਦੇ ਜਵਾਨਾਂ ਦੀਆਂ ਕੁਰਬਾਨੀਆਂ ਤੇ ਉਹਨਾਂ ਦੀ ਮਿਹਨਤ ਹੈ। ਇਹ ਗੱਲ ਨਹੀਂ ਆਪਾਂ ਕਹਿ ਸਕਦੇ ਪੰਜਾਬ ਪੁਲਿਸ ਨਹੀਂ ਕਰ ਸਕਦੀ ਜਾਂ ਨਹੀਂ ਕਰ ਰਹੀ। ਮੈਂ ਤਾਂ ਇਹ ਕਹਿੰਦਾ ਸਗੋਂ ਉਸ ਤੋਂ ਅੱਗੇ ਵੱਧ ਕੇ ਕੇਂਦਰ ਦੀਆਂ ਏਜੰਸੀਆਂ ਅਗਰ ਨਾਲ ਸਹਿਯੋਗ ਕਰਨ ਤੇ ਜਲਦ ਤੋਂ ਜਲਦ ਜਿਹੜੇ ਨਾ ਕੇਵਲ ਸਿੱਧੂ ਮੂਸੇਵਾਲੇ ਦੇ ਕਾਤਲ ਬਲਕਿ ਹੋਰ ਵੀ ਜਿਹੜੇ ਵੀ ਅਪਰਾਧਕ ਅੰਸਰ ਪੰਜਾਬ ਦੇ ਵਿੱਚ ਚੱਕਣ ਦਾ ਯਤਨ ਕਰ ਰਹੇ ਆ ਉਹਨਾਂ ਨੂੰ ਨੱਥ ਪਾਈ ਜਾਵੇ। ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਤੇ ਮੰਗ ਕਰਨਾ ਸਾਡਾ ਹੱਕ ਹੈ। ਇਹਦੇ 'ਚ ਅਸੀਂ ਫਸੇ ਕਿੱਥੋਂ ਆ? ਅਸੀਂ ਤਾਂ ਮੰਗ ਕਰਦੇ ਆ ਇਹ ਸਰਕਾਰ ਚਾਹੇ ਕੇਂਦਰ ਦੀ ਸਰਕਾਰ ਕਰਕੇ ਦੇਵੇ ਚਾਹੇ ਪੰਜਾਬ ਦੀ ਸਰਕਾਰ, ਅਸੀਂ ਤਾਂ ਮਸਲੇ ਦਾ ਹੱਲ ਮੰਗਦੇ ਆ। ਇਹਦੇ 'ਚ ਅਸੀਂ ਕੋਈ ਫਸੇ ਨਹੀਂ ਹੋਏ ਔਰ ਸਾਫ਼ ਤੌਰ ਤੇ ਕਲੀਅਰ ਕਿ ਜੋ ਪੰਜਾਬ ਪੁਲਿਸ ਨੇ ਕੀਤਾ ਉਹਦੀ ਬਿਲਕੁਲ ਅਸੀਂ ਸ਼ਾਬਾਸ਼ ਦਿੱਤੀ ਹੈ। ਉਹ ਸਰਕਾਰ ਆਮ ਆਦਮੀ ਪਾਰਟੀ ਨੂੰ ਵੀ ਲੈਣ ਦਿੱਤੀ ਕਿਉਂਕਿ ਇਹਨਾਂ ਦਾ ਕੋਈ ਯੋਗਦਾਨ ਨਹੀਂ। ਇਹਨਾਂ ਦਾ ਯੋਗਦਾਨ ਤਾਂ ਸਿੱਧੂ ਮੂਸੇਵਾਲੇ ਨੂੰ ਮਰਵਾਉਣ 'ਚ ਸੀ, ਇਹਨਾਂ ਦਾ ਯੋਗਦਾਨ ਤਾਂ ਹਾਲਾਤ ਖਰਾਬ ਕਰਵਾਉਣ 'ਚ ਸੀ। ਇਹ ਮਿਹਨਤ ਦੀ ਹੈ ਤੇ ਪੰਜਾਬ ਪੁਲਿਸ ਦੀ ਹੈ ਜਿਨ੍ਹਾਂ ਦੇ ਜਵਾਨ ਵੀ ਫੱਟ ਹੋਏ ਨੇ। ਕਿਸੇ ਆਮ ਆਦਮੀ ਪਾਰਟੀ ਵਾਲੇ ਨੇ ਕਿਸੇ ਨੇ ਕੀ ਕੀਤਾ, ਉਹਨਾਂ ਦਾ ਕੀ ਰੋਲ ਹੈ? ਠੀਕ ਹੈ ਅਹਿਬਾਬ ਗਰੇਵਾਲ, ਸਾਰੀਆਂ ਪਾਰਟੀਆਂ ਦਾ ਇੱਕੋ ਜਵਾਬ ਹੈਗਾ ਕਿ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਹੈ, ਪੰਜਾਬ ਪੁਲਿਸ ਸ਼ਲਾਘਾ ਕਰਨੀ ਬਣਦੀ ਹੈ। ਪੰਜਾਬ ਪੁਲਿਸ ਨੇ ਇਸ ਤੋਂ ਪਹਿਲਾਂ ਵੀ ਗੈਂਗਸਟਰਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੀ ਗੱਲਾਂ ਕਹਿ ਰਹੇ ਆ ਪਰ ਮੁੱਖ ਮੰਤਰੀ ਕਮਜ਼ੋਰ ਹੈ ਨਾਲ ਇਹ ਕਹਿ ਰਹੇ। ਕੇਪੀ ਜੀ ਮੇਰੀ ਗੱਲ ਸੁਣੋ, ਦੇਖੋ ਇਹਨਾਂ ਦਾ ਕੰਮ ਹੈ ਕਹਿਣਾ, ਕਹਿਣ ਦਿਓ। ਹੁਣ ਮੇਰੇ 2-3 ਪੁਆਇੰਟਸ ਲੈ ਲਿਓ।
ਦੀਵਾਨ ਸਾਹਿਬ ਬਿਲਕੁਲ ਸਹੀ ਕਹਿ ਰਹੇ, 52 ਦਿਨਾਂ 'ਚ ਹੋ ਗਿਆ। ਜੜ੍ਹਾਂ ਬਹੁਤ ਵੱਡੀਆਂ ਨੇ, 25 ਸਾਲ ਦੀਆਂ ਜੜ੍ਹਾਂ ਲੱਗੀਆਂ ਨੇ। 97 'ਚ ਪਹਿਲੀ ਅਕਾਲੀ ਭਾਜਪਾ ਸਰਕਾਰ ਆਈ ਸੀ, ਜਦ ਦੀਆਂ ਜੜ੍ਹਾਂ ਨੇ, ਪੱਟਾਂਗੇ ਤਾਂ ਸਹੀ। ਮੁੱਖ ਮੰਤਰੀ ਸਾਹਿਬ ਨੇ ਕਿਹਾ ਭਾਵੇਂ ਜਿਹਦੀ ਵੀ ਮਦਦ ਲੈਣੀ ਪਵੇ, ਜਿਹਦੀ ਵੀ ਕੋਆਪਰੇਸ਼ਨ ਲੈਣੀ ਪਵੇ, ਅਸੀਂ ਕੋਆਪਰੇਟ ਕਰਾਂਗੇ, ਪਰ ਇਹ ਪ੍ਰੋਬਲਮ ਪੰਜਾਬ ਦੀ ਹੈ, ਇਹਨੂੰ ਪੰਜਾਬ ਹੀ ਸੋਲਵ ਕਰੂਗਾ। ਤੇ ਮੁੱਖ ਮੰਤਰੀ ਸਾਹਿਬ ਵਚਨਬੱਧ ਨੇ, ਤੇ ਡੀਜੀਪੀ ਸਾਹਿਬ ਜਿਹੜੀ ਵਿਲ ਪਾਵਰ ਦਿਖਾ ਰਹੇ ਆ, ਮੈਂ ਸਲਾਮ ਕਰਦਾ ਉਹਨੂੰ। ਪਰ ਇਹ ਤਾਂ ਹੁੰਦੀ ਹੈ ਜਦੋਂ ਪਿੱਛੋਂ ਇਹ ਸਭ ਜਾਣਦੇ ਅੱਜ ਦੀ ਡੇਟ 'ਚ ਕਿ ਪੁਲਿਸ ਨੂੰ ਟੋਟਲੀ ਫ੍ਰੀ ਹੈਂਡ ਦਿੱਤਾ ਗਿਆ, ਪਹਿਲੀ ਗੱਲ। ਦੂਜੀ ਗੱਲ ਰਹੀ, ਜੇ ਗੋਲਡੀ ਬਰਾੜ ਦੇ ਬਿਆਨ ਦੇਖੇ ਜਾਣ, ਉਹ ਇਹ ਵੀ ਕਹਿੰਦਾ ਕਿ ਮਿੱਡੂ ਖੇੜੇ ਦੇ ਕਤਲ 'ਚ ਜਿਹੜੇ ਲੋਕ ਇਨਵੋਲਵ ਸੀ, ਉਹਨੇ ਰਾਜਾ ਵੜਿੰਗ ਸਾਹਿਬ ਦਾ ਵੀ ਨਾਂ ਲਿਆ ਕਿ ਮਦਦ ਕਰਕੇ ਉਹਨਾਂ ਦੇ ਮਾੜੀਆਂ ਜਿਹੀ ਦਫਾਵਾਂ ਲਵਾ ਕੇ ਉਹਨਾਂ ਨੂੰ ਸਰੈਂਡਰ ਕਰਾਇਆ ਗਿਆ, ਸਰੈਂਡਰ ਕਰਾ ਕੇ ਉਹਨਾਂ ਦੀਆਂ ਬੇਲਾਂ ਕਰਾਈਆਂ ਗਈਆਂ। ਸੋ ਇਹ ਗੱਲ ਇਹ ਔਨ ਰਿਕਾਰਡ ਹੈ, ਮੈਂ ਨਹੀਂ ਕਹਿ ਰਿਹਾ, ਗੋਲਡੀ ਬਰਾੜ ਕਹਿ ਰਿਹਾ, ਠੀਕ ਹੈ ਜੀ, ਕਿ ਉਦੋਂ ਇਹਨੂੰ ਸਰੈਂਡਰ ਕਰਕੇ ਉਹ ਬੁਲਟ ਪ੍ਰੂਫ ਗੱਡੀਆਂ 'ਚ ਫਿਰਦੇ ਸੀ, ਇਹ ਸੀ ਉਹ ਸੀ। ਸੋ ਬੇਸਿਕਲੀ ਇਨਵੋਲਵਮੈਂਟ ਸੀਗੀ। ਹੁਣ ਗੱਲ ਰਹੀ ਸਰ ਇਸ ਕਤਲ ਦਾ ਨਤੀਜਾ ਕੀ ਹੋਇਆ, ਆਪਾਂ ਮੋਟਾ-ਮੋਟਾ ਦੇਖੀਏ ਇਹਦੀ ਪੋਲੀਟੀਕਲ ਆਊਟਕਮ ਕੀ ਹੋਈ। ਇਹਦੀ ਪੋਲੀਟੀਕਲ ਆਊਟਕਮ ਇਹ ਹੋਈ ਕਿ ਸੰਗਰੂਰ ਬਾਈ ਇਲੈਕਸ਼ਨ ਜਿਹੜੀ ਹੈ ਬੜੀ ਬਦਕਿਸਮਤੀ ਨਾਲ ਆਪਣੀ ਪੋਲਿਟਿਕਸ ਇੱਥੇ ਦੀ ਗਿਰ ਚੁੱਕੀ ਹੈ ਕਿ ਕਦੇ ਬੇਅਦਬੀ ਹੋ ਜਾਂਦੀ ਹੈ, ਕਦੇ ਕਤਲ ਹੋ ਜਾਂਦਾ ਹੈ। ਸੰਗਰੂਰ ਬਾਈ ਇਲੈਕਸ਼ਨ ਦਾ ਰਿਜ਼ਲਟ ਇਹਦੇ ਨਾਲ ਸਿੱਧਾ ਇਹਦੇ ਨਾਲ ਇਨਫਲੂਐਂਸ ਹੁੰਦਾ। ਤਿਹਾੜ ਜੇਲ੍ਹ ਦੀ ਮੈਂ ਦੱਸਦਾ, ਸਿਕਿਉਰਿਟੀ ਜਿਹੜੀ ਹੈ ਉਹ ਹੈਗੀ ਹੈ ਸੈਂਟਰ ਦੇ ਅੰਡਰ। ਸੀਬੀਆਈ ਨੂੰ ਕੇਜ ਦੁਪਹਿਰੇ ਸੁਪਰੀਮ ਕੋਰਟ ਕਹਿ ਚੁੱਕਾ ਹੈ। ਲਾਰੈਂਸ ਬਿਸ਼ਨੋਈ ਜਿੱਦਣ ਪਹਿਲੇ ਦਿਨ ਆਉਂਦਾ 22,000 ਦੀ ਟੀ-ਸ਼ਰਟ ਤੇ 8,000 ਦੇ ਬੂਟ ਪਾ ਕੇ ਆਉਂਦਾ। ਕਿਸੇ ਦਾ ਤਾਂ ਜਵਾਈ ਬਣਿਆ ਹੋਇਆ ਸੀ ਨਾ ਸਰ, ਉਹ ਕਿਸੇ ਦਾ ਤਾਂ ਜਵਾਈ ਬਣਿਆ ਹੋਇਆ ਸੀਗਾ। ਸੋ ਇਸ ਗੱਲ ਦਾ ਜਵਾਬ ਇਹਨਾਂ ਨੂੰ ਦੇਣਾ ਪੈਣਾ। ਸਵਾਲ ਇਹ ਹੈ, ਇਹ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਕਿ ਤੁਸੀਂ ਜੇ ਉਹਨੂੰ ਜਿੰਦਾ ਫੜਦੇ ਤੇ ਹੋ ਸਕਦਾ ਉਸ ਕੜੀ ਤੱਕ ਪਹੁੰਚ ਜਾਂਦੇ, ਜਿਹੜੇ ਸਵਾਲ ਤੁਸੀਂ ਚੱਕਦੇ ਪਏ ਹੋ। ਉਹੀ ਕੇਪੀ ਜੀ, ਮੈਂ ਉਹੀ ਤੁਹਾਨੂੰ ਗੱਲ ਕਹਿ ਰਿਹਾ ਕਿ ਹੁਣ ਆਪਾਂ ਕੀ ਕਰਦੇ। ਫਰਜ਼ ਕਰੋ ਜਾ ਕੇ ਪੁਲਿਸ ਵਾਲੇ ਜਵਾਨ ਜਾ ਵੜਦੇ, ਆਪਣੇ 4 ਜਵਾਨ ਸ਼ਹੀਦ ਹੋ ਜਾਂਦੇ। ਸ਼ੂਟ ਆਊਟ ਹੋਇਆ, ਸ਼ਸ਼ੀਕਾਂਤ ਸਰ ਨੇ ਕਿਹਾ ਸ਼ੂਟ ਆਊਟ ਹੋਇਆ। ਉਹ ਗੋਲੀ ਚਲਾ ਰਹੇ ਸੀ, ਇੱਕ ਦੀ ਅੱਖ ਕੋਲੋਂ ਨਿਕਲੀ ਹੈ, ਇੱਕ ਦੀ ਲੱਤ ਤੇ ਵੱਜੀ ਹੈ, ਇੱਕ ਦੀ ਛਾਤੀ 'ਚ ਵੱਜੀ ਹੈ। ਜੇ ਉਹੀ ਸ਼ਹੀਦ ਹੋ ਜਾਂਦੇ, ਜਿਹੜੇ ਬੰਦਿਆਂ ਨੇ ਕਤਲ ਕੀਤਾ, ਕੀ ਉਹਨਾਂ ਦੀ ਲਾਈਫ ਪ੍ਰਾਇੋਰਟੀ ਹੈ ਕਿ ਜਿਹੜੇ ਜਵਾਨ ਆਪਣੇ ਦੇਸ਼ 'ਚ ਲੜ ਰਹੇ ਆ ਉਹਨਾਂ ਦੀ ਲਾਈਫ ਪ੍ਰਾਇੋਰਟੀ ਹੈ? ਪ੍ਰੋਫੈਸ਼ਨਲੀ ਫੰਕਸ਼ਨ ਕੀਤਾ ਗਿਆ, ਉਹਦੇ ਵਿੱਚ ਉਹ ਸ਼ੂਟ ਆਊਟ 'ਚ ਮਾਰੇ ਗਏ, ਹੋਰ ਕੋਈ ਚਾਰਾ ਨਹੀਂ ਸੀ ਪੁਲਿਸ ਕੋਲ, ਤਾਂ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ? ਕੜੀਆਂ ਲੱਭ ਲਾਂਗੇ, ਇਹ ਵਾਦਾ ਕੜੀਆਂ ਜ਼ਰੂਰ ਲੱਭਾਂਗੇ। ਇਹਦੇ 'ਚ ਜਿੱਥੇ ਤੇ ਵੀ ਜਾਂਦੀ ਹੈ, ਜੋ ਵੀ ਪੈਟਰਨ ਹੈ ਜਾਂ ਲੱਭੀ ਜ਼ਰੂਰ ਜਾਊਗੀ, ਇਹ ਵਾਦਾ ਰਿਹਾ। ਚਲੋ ਇੱਕ ਹੋਰ ਛੋਟਾ ਬ੍ਰੇਕ ਵਾਪਸ ਆਵਾਂਗੇ। ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ ਕਿ ਐਨਕਾਊਂਟਰ ਹੀ ਆਖਰੀ ਹੱਲ ਹੈ। ਸਾਡਾ ਸਵਾਲ ਇਹ ਹੈ, ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਗੈਂਗਸਟਰਵਾਦ ਖਿਲਾਫ ਪੰਜਾਬ ਸਰਕਾਰ ਦੇ ਐਕਸ਼ਨ ਪਲਾਨ 'ਚ ਸਭ ਤੋਂ ਵੱਡਾ ਅੜਿੱਕਾ ਕੀ? ਸ਼ਸ਼ੀਕਾਂਤ ਜੀ, ਇੱਕ ਮੈਨੂੰ ਟੈਕਨੀਕਲੀ ਥੋੜਾ ਤੁਹਾਡੇ ਤੋਂ ਜਵਾਬ ਚਾਹੀਦਾ ਹੈ। ਉਹਨਾਂ ਕੋਲ AK-47 ਸੀ, ਪਿਸਤੌਲ ਸੀ, ਗੋਲੀ ਸਿੱਕਾ ਸੀ, 2 ਜਣੇ ਮਾਰੇ ਗਏ, ਮਨੂ ਕੁੱਸਾ ਤੇ ਜਗਰੂਪ ਰੂਪਾ, ਤੇ ਪੰਜਾਬ ਪੁਲਿਸ ਦੇ 3 ਜਵਾਨ ਜ਼ਖਮੀ ਹੁੰਦੇ। ਸ਼ਸ਼ੀਕਾਂਤ ਜੀ, ਉਹ ਇੰਨੇ ਪ੍ਰੋਫੈਸ਼ਨਲ ਸ਼ੂਟਰ ਹੈ, ਇੰਨੀ ਉਹਨਾਂ ਦੀ ਤਿਆਰੀ ਸੀ ਕਿ ਪੰਜਾਬ ਪੁਲਿਸ ਦੇ 3 ਜਵਾਨ ਵੀ ਇੰਜਰਡ ਕਰ ਦਿੰਦੇ ਆ, ਇੱਕ ਮੀਡੀਆ ਕਰਮੀ ਵੀ ਇੰਜਰਡ ਹੁੰਦਾ ਹੈ ਸ਼ਸ਼ੀਕਾਂਤ ਜੀ, ਤੇ ਫਿਰ ਉਹਨਾਂ ਨੂੰ ਮਾਰਨਾ ਹੀ ਹੱਲ ਨਿਕਲਿਆ। ਸ਼ਸ਼ੀਕਾਂਤ ਜੀ, ਦੇਖੋ ਇਹ ਨਾ ਕਹੋ ਕਿ ਮਾਰਨਾ ਹੱਲ ਨਿਕਲਿਆ, ਫਿਰ ਮੈਂ ਕਹਾਂਗਾ ਗੋਲੀ ਜਿਹੜੀ ਹੈ ਉਹ ਤੇ ਨਾਂ ਨਹੀਂ ਲਿਖਿਆ ਹੁੰਦਾ, ਕਿੰਨੂੰ ਵੀ ਵੱਜ ਸਕਦੀ ਹੈ, ਸਾਡੇ ਪੁਲਿਸ ਵਾਲਿਆਂ ਨੇ ਵੀ ਵੱਜੀ। ਔਰ ਦੂਜੀ ਗੱਲ ਹੈਗੀ ਜਦੋਂ ਵੀ ਸ਼ੂਟ ਆਊਟ ਹੁੰਦਾ ਹੈਗਾ, ਇਸ ਤਰ੍ਹਾਂ ਦੀ ਗੱਲ ਹੁੰਦੀ ਹੈ, ਡਿਪੈਂਡ ਕਰਦਾ ਹੈਗਾ ਕੌਣ ਕਿਹਦੇ ਕੋਲ ਕਿਹਦੀ ਓਟ ਹੈਗੀ ਹੈ। ਤੁਹਾਨੂੰ ਪਤਾ ਹੈਗਾ ਜਦੋਂ ਸਾਡੇ ਕੋਲ ਅਤਵਾਦ ਸੀ, ਅਸੀਂ ਸਟੀਲ ਦੇ ਜਿਹੜੇ ਹੈਗੇ ਨੇ ਓਟਾਂ ਬਣਾਈਆਂ ਸੀ ਉਹਦੇ ਪ੍ਰੋਟੈਕਸ਼ਨ ਲਈ। ਇਹ ਬੰਦੇ ਜਿਹੜੇ ਹੈਗੇ ਨੇ ਇੱਕ ਮਕਾਨ ਦੇ ਵਿੱਚੋਂ ਬੈਠ ਗੋਲੀ ਚਲਾ ਰਹੇ ਸਨ। ਪੁਲਿਸ ਜਿਹੜੇ ਹੈਗੇ ਨੇ ਕਰਮਚਾਰੀ ਆਮ ਤੌਰ ਤੇ ਖੁੱਲੇ ਮੈਦਾਨ ਦੇ ਵਿੱਚ ਹੈਗੇ, ਨੈਚੁਰਲੀ ਉਹਨਾਂ ਦੇ ਕੋਲ ਜਿਹੜਾ ਦੇ ਹੈਡ ਐਡਵਾਂਟੇਜ ਪੁਆਇੰਟ, ਗੋਲੀਆਂ ਚਲਾ ਰਹੇ ਹੈਗੇ ਨੇ, ਛੁਪ ਕੇ ਗੋਲੀਆਂ ਚਲਾ ਰਹੇ ਹੈਗੇ ਨੇ, ਚਲਾਉਂਦੇ ਰਹੇ। ਪਰ ਇੱਕ ਗੱਲ ਮੈਨੂੰ ਹੋਰ ਹਮੇਸ਼ਾ ਸ਼ੱਕ ਪੈਦਾ ਕਰਦੀ ਹੈ ਕਿ ਇਹਨਾਂ ਦੀ ਲੋਕੇਸ਼ਨ। ਗੱਲ ਆਉਂਦੀ ਹੈ ਕਿ ਪਾਕਿਸਤਾਨ ਨੱਠਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉੱਥੇ ਦੇ ਕੰਡਿਆਲੀ ਤਾਰ ਹੈਗੀ ਹੈ। ਕੀ ਸਵਾਲ ਹੁੰਦਾ ਹੈ ਕਿ ਉਹ ਉੱਥੇ ਜਾ ਕੇ ਛੁਪੇ ਹੋਏ ਸਨ, ਕਿ ਉਹਨਾਂ ਨੂੰ ਉਮੀਦ ਸੀ ਕੋਈ ਹੋਰ ਗੋਲੀ ਬਾਰੂਦ ਜਿਹੜਾ ਹੈਗਾ ਐਕਸਪਲੋਸਿਵ ਪਾਕਿਸਤਾਨ ਤੋਂ ਡਰੋਨ ਰਾਹੀਂ ਆ ਜਾਏਗਾ। ਔਰ ਜਿਹੜੇ ਤਾਰ ਜੋੜਨ ਦੀ ਗੱਲ ਹੈਗੀ ਹੈ, ਉਹਦੇ ਚ ਅੱਜ ਇੱਕ ਬੰਦਾ ਤੇ ਹੈਗਾ ਹੈ ਨਾ, ਉਹ ਕਿਹੜਾ ਮੁੰਡੀ ਹੈਗਾ, ਦੀਪਕ ਮੁੰਡੀ, ਉਹ ਵੀ ਹੱਥ ਆਊਗਾ। 3 ਬੰਦੇ ਪਹਿਲੇ ਹੱਥ ਆ ਚੁੱਕੇ ਹੈਗੇ ਨੇ। 2 ਜਿਹੜੇ ਮਾਸਟਰਮਾਈਂਡ ਹੈਗੇ ਨੇ ਅੱਜ ਪੁਲਿਸ ਦੇ ਹੱਥ 'ਚ ਹੈਗੇ ਨੇ, ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ। ਇਹਨਾਂ ਦੀ ਜਿਹੜਾ ਰੌਕੀ ਹੈਗਾ ਕੀ ਹੈਗਾ, ਜਿਹੜਾ ਬਰਾੜ ਹੈਗਾ ਕੈਨੇਡਾ, ਬਟ ਉਹਦਾ ਕਹਿੰਦੇ ਹੈਗੇ ਨੇ ਐਕਸਟ੍ਰੈਡੀਸ਼ਨ ਪ੍ਰੋਸੀਡਿੰਗਸ ਚੱਲ ਰਹੀਆਂ ਹੈਗੀਆਂ ਨੇ। ਸਵਾਲ ਸਿਰਫ ਘੁਮਾ ਕੇ ਪੈਂਦਾ ਹੈਗਾ ਰਿੰਦੇ ਦਾ, ਜਿਹੜਾ ਕਿ ਪਾਕਿਸਤਾਨ ਦੇ ਵਿੱਚ ਬੈਠ ਕੇ ਸਾਰੀ ਹਰਕਤਾਂ ਕਰ ਰਿਹਾ ਹੈਗਾ, ਜਿਸ ਤਰ੍ਹਾਂ ਕਠਪੁਤਲੀਆਂ ਚਲਾਉਂਦੇ ਹੈਗੇ ਨੇ ਉਹ ਕਰ ਰਿਹਾ ਹੈਗਾ।
ਇਹ ਸਾਰੀ ਗੱਲ ਹੈਗੀ ਰੈਸਟ ਅਸ਼ੋਰ ਪੰਜਾਬ ਪੁਲਿਸ ਕਾਬਲ ਹੈਗੀ ਹੈ ਇਸ ਗੱਲ ਦਾ ਪੂਰਾ ਖੁਲਾਸਾ ਕਰ ਦੇਗੀ ਵੈਰੀ ਸੂਨ ਔਰ ਦੂਜੀ ਏਜੰਸੀਆਂ ਨੂੰ ਨਾਲ ਲੈ ਕੇ ਉਹਨਾਂ ਦੇ ਸਹਿਯੋਗ ਦੇ ਨਾਲ। ਪੰਜਾਬ ਪੁਲਿਸ ਨੂੰ 52 ਦਿਨ ਕਿਉਂ ਲੱਗ ਗਏ, ਇਹ ਵੀ ਪੋਲੀਟੀਕਲ ਪਾਰਟੀਆਂ ਸਵਾਲ ਪੁੱਛਦੀਆਂ। ਮੈਨੂੰ ਪੁੱਛ ਰਹੇ ਹੋ? ਬਿਲਕੁਲ 52 ਦਿਨ ਕਿਉਂ ਲੱਗ ਕਰਕੇ ਲੱਗੇ। ਮੈਂ ਪਹਿਲੇ ਤੁਹਾਨੂੰ ਬੇਨਤੀ ਕਰ ਦਿੱਤੀ ਹੈਗੀ ਇਟਸ ਵੈਰੀ ਕੇਅਰਫੁਲ ਟੈਕਟਿਕ ਸੀ ਰੈਡ ਹੈਰਿੰਗ ਕ੍ਰੀਏਟ ਕਰ ਦੋ। ਕਹਾਵਤ ਨਹੀਂ ਹੈਗੀ ਹੈ ਕਿ ਬਗਲ ਚ ਕੁੜੀ ਤੇ ਸ਼ਹਿਰ ਤੇ ਡੋਰਾ। ਤੁਸੀਂ ਸਾਰੀ ਇਸ ਤਰ੍ਹਾਂ ਦੀ ਪਿਕਚਰ ਇੱਕ ਬੜਾ ਟੈਕਨੀਕਲ ਜਿਹੜਾ ਇੰਟੈਲੀਜੈਂਸ ਵਾਲੇ ਆਪਰੇਸ਼ਨ ਕਰਦੇ ਨੇ ਉਸ ਤਰ੍ਹਾਂ ਹੈਗੇ ਨੇ। ਸਾਰੇ ਸ਼ੱਕ ਦੀ ਸੂਈ ਇੱਕ ਪਾਸੇ ਘੁਮਾ ਦਿਓ, ਬੰਦਾ ਜਿਹੜਾ ਹੈਗਾ ਉੱਥੇ ਤੁਹਾਡੇ ਪੁੱਛੜੇ ਬੈਠਾ ਹੋਇਆ ਹੈਗਾ। ਇਟਸ ਵੈਰੀ 올ਡ ਟੈਕਨੀਕ ਜਿਹਨੂੰ ਅਸੀਂ ਰੈਡ ਹੈਰਿੰਗ ਟੈਕਨੀਕ ਕਹਿੰਦੇ ਹਾਂ। ਠੀਕ ਹੈ ਦੀਵਾਨ ਜੀ ਬੋਲੋ, ਲਾਸਟ ਕਮੈਂਟ ਪਲੀਜ਼ ਫਟਾਫਟ। ਦੀ ਗੱਲ ਤੁਸੀਂ ਪੁੱਛ ਰਹੇ ਹੋ ਨਾ ਕਿ ਪੰਜਾਬ ਪੁਲਿਸ ਨੂੰ 52 ਦਿਨ ਕਿਉਂ ਲੱਗੇ, ਮੈਂ ਇਹ ਸਮਝਦਾ ਵਾਂ ਕਿ ਸੀਬੀਆਈ ਇਨਵੈਸਟੀਗੇਸ਼ਨ ਦੀ ਬਜਾਏ ਆਰਸੀਆਈ ਇਨਵੈਸਟੀਗੇਸ਼ਨ ਜਿਹੜੀ ਆ ਜ਼ਿਆਦਾ ਪ੍ਰਭਾਵੀ ਰਹੀ ਹੈ। ਕਿਉਂਕਿ 52 ਦਿਨ 2 ਦਿਨ ਪਹਿਲੇ 3 ਦਿਨ ਪਹਿਲੇ ਹੀ ਰਾਘਵ ਚੱਡਾ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ। तो इस करके ਇਹ ਆਰਸੀਆਈ ਇਨਵੈਸਟੀਗੇਸ਼ਨ ਜਿਹੜੀ ਹੈ ਰਾਘਵ ਚੱਡੇ ਤੋਂ ਆਉਣ ਤੋਂ ਬਾਅਦ ਹੀ ਸਰਕਾਰ ਦੇ ਵਿੱਚ ਕੁਝ ਜਾਣ ਆਈ ਹੈ। ਉਹਨਾਂ ਦੀ ਐਡਵਾਈਜ਼ਰੀ ਦੇ ਨਾਲ ਇਹ ਜਿਹੜਾ ਹੈ ਦੀਵਾਨ ਜੀ ਤੁਸੀਂ ਠੀਕ ਹੈ, ਤੁਸੀਂ ਪੋਲੀਟੀਕਲ ਬੰਦੇ ਹੋ ਦੀਵਾਨ ਜੀ। ਪਰ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਤੁਸੀਂ ਤੰਜ ਕੱਸਦੇ ਪਏ ਦੀਵਾਨ ਜੀ, ਜਿਸ ਤਰੀਕੇ ਨਾਲ ਤੁਸੀਂ ਇਹ ਸਾਰੀ ਡਿਬੇਟ ਨੂੰ ਰਾਘਵ ਚੱਡੇ ਤੇ ਸਮੇਟਣਾ ਚਾਹ ਰਹੇ ਹੋ ਜਾਂ ਦਿੱਲੀ ਸਰਕਾਰ ਤੇ ਸਮੇਟਣਾ ਚਾਹ ਰਹੇ ਹੋ ਦੀਵਾਨ ਜੀ, ਮੈਨੂੰ ਉਹ ਲੱਗਦਾ ਦੀਵਾਨ ਜੀ ਤੁਸੀਂ ਔਖੀ ਇਸ ਗੱਲ ਤੋਂ ਕਿ ਪੰਜਾਬ ਪੁਲਿਸ ਨੇ ਕਾਰਵਾਈ ਕਿਉਂ ਕਰਤੀ। ਕੇਜਰੀਵਾਲ ਨੇ ਕਿਹਾ ਸੀ, ਅਰਵਿੰਦ ਕੇਜਰੀਵਾਲ ਨੇ ਕਿਹਾ ਸੀ, ਰਾਘਵ ਚੱਡੇ ਨੇ ਕਿਹਾ ਸੀ ਕਾਰਵਾਈ ਕਰ ਦੋ। ਨੂੰ ਇਹ ਦੱਸੋ ਫਿਰ 52 ਦਿਨ ਤਾਂ ਹੀ ਉਹ ਲੱਗ ਗਿਆ ਨਾ ਕਿ ਇਹਨਾਂ ਦੇ ਵਿੱਚ ਵਿਲ ਪਾਵਰ ਨਹੀਂ ਸੀ ਮੁੱਖ ਮੰਤਰੀ ਦੇ। ਚਲੋ ਮੈਂ ਜਵਾਬ ਲੈ ਲਵਾਂ, ਤੁਸੀਂ ਵਾਰ-ਵਾਰ ਪੁੱਛੇ। ਅਹਿਬਾਬ ਗਰੇਵਾਲ, ਰਾਘਵ ਚੱਡੇ ਨਾਲ ਵਿਲ ਪਾਵਰ ਆ ਗਈ? ਉਹ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ, ਦੇਖੋ ਬੀਜੇਪੀ ਵਾਲਿਆਂ ਨੂੰ ਨਾ ਐਬਰੀਵੀਏਸ਼ਨਸ ਬਣਾਉਣ ਦੀ ਬੜੀ ਆਦਤ ਹੈ। ਆਰਸੀਆਈ ਕਰ ਲੋ, ਫਲਾਣਾ ਕਰ ਲੋ, ਇਹ ਇਹਨਾਂ ਦਾ ਕਸੂਰ ਨਹੀਂ ਹੈਗਾ। ਇਹਨਾਂ ਦੇ ਜਿਹੜੇ ਸੁਪਰੀਮ ਲੀਡਰ ਨੇ ਉਹ ਵੀ ਇਹੋ ਜਿਹੀਆਂ ਐਬਰੀਵੀਏਸ਼ਨਸ ਬਣਾਉਂਦੇ ਆ, ਵਿੱਚੋਂ ਕੱਢਣ ਪਾਉਣ ਨੂੰ ਕੋਈ ਨਿਕਲਦਾ ਨਹੀਂ। ਠੀਕ ਹੈ ਨਾ। ਮੁੱਖ ਦੀ ਗੱਲ ਇਹ ਹੈ ਕਿ ਮਾਨ ਸਾਹਿਬ ਹੈਜ਼ ਗਿਵਨ ਪੰਜਾਬ ਪੁਲਿਸ ਅ ਫ੍ਰੀ ਹੈਂਡ। ਪੋਲੀਟੀਕਲ ਪੈਟਰਨੇਜ ਬੰਦ ਹੋ ਗਈ ਹੈ ਤੇ ਇਹ ਵੀ ਕਿਹਾ ਗਿਆ ਕਿ ਕੋਈ ਵੀ ਭਾਵੇਂ ਕਿੱਡਾ ਵੀ ਉੱਤੇ ਹੋਵੇ, ਭਾਵੇਂ ਇੱਧਰ ਹੋਵੇ ਸਰਕਾਰ ਦੇ, ਭਾਵੇਂ ਆਪੋਜੀਸ਼ਨ 'ਚ ਹੋਵੇ, ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ। ਤੇ ਇਹਨਾਂ ਦੀ ਮਾਨ ਸਾਹਿਬ ਦੀ ਤੇ ਪੰਜਾਬ ਪੁਲਿਸ ਦੀ ਜਿਹੜੀ ਵਿਲ ਪਾਵਰ ਹੈ ਉਹਦੇ ਨਤੀਜੇ ਬੜੀ ਜਲਦੀ ਸਾਹਮਣੇ ਆਉਣਗੇ। ਐਂਡ ਮੇਰਾ ਕਹਿਣਾ ਹੈ ਕਿ ਜਿਹੜੇ 52 ਦਿਨ ਦੇ ਵਿਪਰੀਤ ਜਿਹੜੇ 25 ਸਾਲ ਜਦੋਂ ਪਹਿਲੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਬਣੀ ਹੈ, 25 ਸਾਲ ਪਹਿਲਾਂ ਜਿਹੜਾ ਬੂਟਾ ਲੱਗਿਆ ਸੀਗਾ, ਇਸ ਮਾਮਲੇ ਸਭੀ ਦੰਗੇ ਬਾਹਰ ਆਉਣਗੇ। ਇਨਵੈਸਟੀਗੇਸ਼ਨ ਚੱਲਣ ਦਿਓ, ਸਾਰੇ ਵੱਡੇ ਫੜੇ ਹੋਏ ਨੇ। ਹੌਲੀ ਹੌਲੀ ਇਟ ਇਜ਼ ਅ ਸਾਇੰਟਿਫਿਕ ਥਿੰਗ। ਸ਼ਸ਼ੀਕਾਂਤ ਸਰ ਸਹੀ ਕਹਿ ਰਹੇ ਹੈ, ਰੈਡ ਹੈਰਿੰਗ ਸੀਗਾ ਜਿਹੜਾ ਰੈਡ ਹੈਰਿੰਗ ਹੁਣ ਕਿਹਨੇ ਕੀਤਾ, ਕਿਹਦੇ ਇਸ਼ਾਰਿਆਂ ਤੇ ਕੀਤਾ ਗਿਆ, ਇਹ ਸਭ ਦੇ ਲਈ ਓਪਨ ਹੈ ਦੇਖਣ ਲਈ ਕਿ ਕਿਸ ਤਰ੍ਹਾਂ ਰੈਡ ਹੈਰਿੰਗ ਆਪਰੇਸ਼ਨ ਕੀਤਾ। ਵਰਾਸੇ ਪਠਲ, ਅਕਾਲੀ ਦਲ ਵੀ ਮੰਨਦਾ ਕਿ ਵਿੱਕੀ ਮਿੱਡੂ ਖੇੜਾ ਤੇ ਸਿੱਧੂ ਮੂਸੇਵਾਲੇ ਦੇ ਮਰਡਰ ਦੇ ਵਿਚਾਲੇ ਕੋਈ ਕੜੀ ਜੁੜਦੀ ਹੈ। ਸਰ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ, ਇਹ ਤਾਂ ਇਨਵੈਸਟੀਗੇਸ਼ਨ 'ਚ ਪਤਾ ਲੱਗੂਗਾ। ਤੁਹਾਡਾ ਇੱਕ ਸ਼ਖਸ ਆ ਜਿਹੜਾ ਉਹ ਮਾਰਿਆ ਗਿਆ, ਫਿਰ ਜਿੰਦੇ ਬਾਰੇ ਤੁਸੀਂ ਹੁਣ ਤਾਰੀਫਾਂ ਕਰਦੇ ਪਏ ਸੀਗੇ, ਚੋਣਾਂ ਵੇਲੇ ਕੁਝ ਹੋਰ ਸੀਗੇ, ਹੁਣ ਤੁਸੀਂ ਇਹ ਬੋਲਣ ਤੋਂ ਵੀ ਕਤਰਾਨੇ ਪਏ ਹੋ ਪਠਲ ਸਾਹਿਬ। ਮੈਂ ਕਿਸੇ ਦੀ ਤਾਰੀਫ ਨਹੀਂ ਕੀਤੀ ਸਰ, ਮੈਂ ਸਿਰਫ ਇੱਕ ਪਰਸੈਪਸ਼ਨ ਦੀ ਗੱਲ ਕੀਤੀ ਹੈ। ਮੈਂ ਸਿਰਫ ਸਿੱਧੂ ਦੇ ਜਿਹੜਾ ਇੱਕ ਉਸ ਐਂਗਲ ਦੀ ਗੱਲ ਕੀਤੀ ਸੀ। ਤੇ ਜੇ ਤੁਸੀਂ ਕਹੋ ਕਿ ਮਿੱਡੂ ਖੇੜੇ ਦੇ ਨਾਲ ਇਸ ਦਾ ਕੋਈ ਆਪਸ ਕੋਈ ਲਿੰਕ ਹੈ, ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ, ਤਾਂ ਇਹਦੇ ਵਿੱਚ ਆਪਾਂ ਕੀ ਕਹਿ ਸਕਦੇ? ਤੋ ਉਹ ਇਨਵੈਸਟੀਗੇਸ਼ਨ ਕਰੂ ਕੌਣ? ਪੰਜਾਬ ਪੁਲਿਸ ਕਰ ਸਕਦੀ ਹੈ? ਵਿਸ਼ਵਾਸ ਹੈਗਾ ਪੰਜਾਬ ਪੁਲਿਸ ਤੇ ਜਾਂ ਨਹੀਂ? ਪੰਜਾਬ ਪੁਲਿਸ ਕਰ ਸਕਦੀ ਹੈ ਸਰ, ਪੰਜਾਬ ਪੁਲਿਸ ਨੇ ਏਡਾ ਵਧੀਆ ਕੰਮ ਕੀਤਾ। ਅਕਾਲੀ ਦਲ ਡਿਮਾਂਡ ਤਾਂ ਨਹੀਂ ਕਰਦਾ ਕੇਂਦਰੀ ਏਜੰਸੀ ਕੋਈ ਕਰੇ ਜਾਂ ਕੋਈ ਸਿਟਿੰਗ ਜੱਜ ਕਰੇ? ਕੋਈ ਇਹੋ ਜਿਹੀ ਡਿਮਾਂਡ ਹੈ ਤੁਹਾਡੀ ਪਠਲ ਸਾਹਿਬ? ਸਰ ਬਿਲਕੁਲ ਡਿਮਾਂਡ ਤੇ ਇਹੀ ਹੈ ਨਾ ਕਿ ਜੋ ਸੱਚ ਆ ਉਹ ਬਾਹਰ ਆਵੇ। ਜਿੰਨਾ ਬੰਦਿਆਂ ਨੇ ਸਾਰਾ ਪਲਾਟ ਰਚਿਆ, ਜਿੰਨਾ ਬੰਦਿਆਂ ਨੇ ਸਾਰਾ ਬੜੇ ਡਿਪਲੋਮੈਟਿਕ ਚੱਲਦੇ ਹੋਏ ਪਠਲ ਸਾਹਿਬ ਬੜੇ ਡਿਪਲੋਮੈਟਿਕ ਹੋ ਤੁਸੀਂ। ਜਿਹੜਾ ਤੁਸੀਂ ਕੁਐਸਚਨ ਕੀਤਾ ਸਰ ਮੈਂ ਤੁਹਾਨੂੰ ਜਵਾਬ ਦਿੱਤਾ ਉਸ ਗੱਲ ਦਾ। ਚਲੋ ਸੰਵਿਧਾਨ ਤੁਹਾਨੂੰ ਹੱਕ ਦਿੰਦਾ, ਤੁਸੀਂ ਜੋ ਮਰਜ਼ੀ ਡਿਪਲੋਮੇਸੀ ਕਰ ਸਕਦੇ ਹੋ। ਕੰਵਰ ਹਰਪ੍ਰੀਤ ਸਿੰਘ, ਹੁਣ ਕਿਹੜੀ ਏਜੰਸੀ ਜਾਂਚ ਕਰੇ ਜਾਂ ਜਿਹੜੀ ਏਜੰਸੀ ਜਾਂਚ ਕਰਦੀ ਪਈ ਹੈ ਸੈਟੀਸਫਾਈ ਹੈ ਕਾਂਗਰਸ, ਕਿਉਂਕਿ ਤੁਹਾਡਾ ਲੀਡਰ ਸੀ ਉਹ ਸਿੱਧੂ ਮੂਸੇਵਾਲਾ? ਨਹੀਂ ਦੇਖੋ ਗੱਲ ਇਹ ਹੈ ਕਿਉਂਕਿ ਇਹ ਹਾਈ ਪ੍ਰੋਫਾਈਲ ਕੇਸ ਹੈ ਔਰ ਇਸ ਦੇ ਵਿੱਚ ਨਾ ਕੇਪੀ ਸਿੰਘ ਜੀ ਤੁਹਾਨੂੰ ਵੀ ਪਤਾ ਹੈ ਵੀ ਬਾਹਰ ਦੀਆਂ ਸਟੇਟਾਂ ਦੇ ਨਾਲ ਕਈ ਗੈਂਗਸਟਰਾਂ ਦਾ ਨਾਮ ਇੰਟਰਨੈਸ਼ਨਲ ਤੌਰ ਤੇ ਵੀ ਨਾ ਕੁਝ ਕ੍ਰਿਮੀਨਲ ਬੰਦਿਆਂ ਦੇ ਨਾਮ ਆਏ ਨੇ। ਤੋਂ ਇਸ ਕਰਕੇ ਇਹ ਬਿਲਕੁਲ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਪੁਲਿਸ
ਇਹਦੇ ਉੱਤੇ ਜੋ ਜਿਹੜੀ ਆ ਇਨਵੈਸਟੀਗੇਸ਼ਨ ਕਰੇ, ਔਰ ਉਸ ਦੇ ਨਾਲ ਜਿਹੜੀਆਂ ਕੇਂਦਰੀ ਏਜੰਸੀਆਂ ਉਹਨਾਂ ਦਾ ਸਹਿਯੋਗ ਲਿਆ ਜਾਣਾ ਵੀ ਜ਼ਰੂਰੀ ਹੈ, ਕਿਉਂਕਿ ਪੰਜਾਬ ਪੁਲਿਸ ਦੀਆਂ ਜਿਹੜੀਆਂ ਲਿਮਿਟੇਸ਼ਨਸ ਜਿਹੜੀਆਂ ਉਹਦੇ ਕਰਕੇ ਹੋ ਸਕਦਾ ਹੈ ਕਿ ਕੁਝ ਲੋਕ ਜਿਹੜੇ ਆ ਉਹ ਕਾਬੂ ਤੋਂ ਬਾਹਰ ਹੋ ਜਾਣ, ਜਾਂ ਬੰਬੇ ਦੇ ਬਹੁਤ ਸਾਰੇ ਵੀ ਵੱਡੇ ਨਾਮਵਰ ਅਪਰਾਧੀਆਂ ਦੇ ਨਾਮ ਆਏ ਨੇ, ਜਾਂ ਇੰਟਰਨੈਸ਼ਨਲ ਅਪਰਾਧੀਆਂ ਦੇ। ਸੋ ਇਸ ਕਰਕੇ ਬਿਲਕੁਲ ਇਹ ਜੁਆਇੰਟ ਆਪਰੇਸ਼ਨ ਦੀ ਲੋੜ ਹੈ, ਔਰ ਇਸ ਦੇ ਵਿੱਚ ਜਿੰਨੀਆਂ ਵੀ ਏਜੰਸੀਆਂ ਇਨਵੋਲਵ ਕਰਨ ਦੀ ਲੋੜ ਪੈਂਦੀ ਹੈ ਉਹ ਬਿਲਕੁਲ ਕਰਨੀਆਂ ਚਾਹੀਦੀਆਂ ਨੇ। ਉਹਦਾ ਕਾਰਨ ਕੇਵਲ ਇੱਕ ਸਿੱਧੂ ਮੂਸੇਵਾਲੇ ਦਾ ਕਾਰਨ ਨਹੀਂ ਹੈ, ਇਹ ਪੰਜਾਬ ਦੇ ਵਿੱਚ ਬਹੁਤ ਸਾਰੇ ਕਾਰਨ ਅਕਸਰ ਜਦੋਂ ਇਹ ਸਰਕਾਰ ਆਮ ਆਦਮੀ ਦੀ ਜਦੋਂ ਦੀ ਬਣੀ ਹੈ, ਬਹੁਤ ਸਾਰੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੋਇਆ, ਤਾਂ ਉਹ ਪੰਜਾਬ ਨੂੰ ਜਿਹੜਾ ਸ਼ਾਂਤ ਕਰਨ ਲਈ, ਗੈਂਗਸਟਰ ਮੁਕਤ ਕਰਨ ਲਈ, ਗੈਂਗਵਾਰ ਮੁਕਤ ਕਰਨ ਲਈ, ਇਸ ਦੇ ਲਈ ਠੀਕ ਹੁਣ ਜਿਹੜੀ ਆ ਉਹ ਵੱਡੇ ਪੱਧਰ ਤੇ ਹੋਵੇ। ਚਲੋ ਠੀਕ ਹੈ ਸ਼ਸ਼ੀਕਾਂਤ ਜੀ, ਠੀਕ ਹੈ ਸ਼ਸ਼ੀਕਾਂਤ ਜੀ, ਲਾਸਟ ਸਵਾਲ ਸ਼ਸ਼ੀਕਾਂਤ ਜੀ, ਸਭ ਤੋਂ ਵੱਡਾ ਅੜਿੱਕਾ ਇਹ ਹੈ ਪੰਜਾਬ ਪੁਲਿਸ ਦੇ ਅੱਗੇ, ਜਿਵੇਂ ਗੋਲਡੀ ਬਰਾੜ ਹੈ, ਰਿੰਦਾ ਹੈ, ਉਹ ਅਲੱਗ-ਅਲੱਗ ਮੁਲਕਾਂ ਦੇ ਵਿੱਚ, ਕੋਈ ਕੈਨੇਡਾ ਹੈ, ਕੋਈ ਪਾਕਿਸਤਾਨ ਬੈਠਾ ਹੋਇਆ, ਉਹ ਅੜਿੱਕਾ ਪੰਜਾਬ ਪੁਲਿਸ ਦੇ ਲਈ ਸਭ ਤੋਂ ਵੱਡਾ ਤੁਸੀਂ ਮੰਨਦੇ ਹੋ ਸ਼ਸ਼ੀਕਾਂਤ ਜੀ, ਜਾਂ ਪੋਲੀਟੀਕਲ ਵਿਲ ਹੈ ਜਿਹੜੀ ਉਹ ਸਭ ਤੋਂ ਵੱਡਾ ਅੜਿੱਕਾ ਮੰਨਦੇ ਹੋ ਤੁਸੀਂ, ਜਾਂ ਕ੍ਰੈਡਿਟ ਵਾਰ ਅੜਿੱਕਾ ਹੈਗੀ ਹੈ? ਸ਼ਸ਼ੀਕਾਂਤ ਜੀ ਦੇਖੋ, ਅੜਿੱਕਾ ਇਹ ਸਿਰਫ ਇਹੀ ਹੈਗਾ, ਜਿਸ ਤਰ੍ਹਾਂ ਕੰਵਰ ਸਾਹਿਬ ਨੇ ਵੀ ਕਿਹਾ ਕਿ ਬੇਸਿਕਲੀ ਜਿੰਨੀ ਵੀ ਏਜੰਸੀਜ਼ ਹੈਗੀਆਂ, ਚਾਹੇ ਪੰਜਾਬ ਦੀ ਹੈਗੀ, ਦਿੱਲੀ ਦੀ ਹੈਗੀ ਹੈ, ਸੈਂਟਰਲ, ਇਹਨਾਂ ਦਾ ਸਾਰਿਆਂ ਦਾ ਕੋਆਪਰੇਸ਼ਨ ਦੀ ਲੋੜ ਹੈਗੀ, ਉਹਦੇ ਬਗੈਰ ਕੁਝ ਨਹੀਂ ਹੋ ਸਕਦਾ। ਜੇ ਗੋਲਡੀ ਨੂੰ ਲਿਆਉਣਾ ਹੈਗਾ, ਐਵੇਂ ਦੀ ਲੋੜ ਪੈਗੀ। ਜੇ ਰਿੰਦੇ ਦੇ ਖਿਲਾਫ ਕੋਈ ਕਾਰਵਾਈ ਕਰਨੀ ਹੈਗੀ ਹੈ ਤਾਂ ਮੇ ਬੀ ਡਿਪਲੋਮੈਟਿਕ ਚੈਨਲਸ ਤੋਂ ਫੇਲ ਹੋ ਗਈਆਂ ਨੇ, ਮੇ ਬੀ ਦੇ ਹੈਵ ਟੂ ਟੇਕ ਹੈਲਪ ਆਫ ਸਮ ਅਦਰ ਏਜੰਸੀਜ਼। ਦਿੱਲੀ ਪੁਲਿਸ ਦੀ ਮਦਦ ਲੱਗੇਗੀ, CBI ਦੀ ਮਦਦ ਲੱਗੇਗੀ, IB ਦੀ ਮਦਦ ਲੱਗੇਗੀ। ਇਟ ਹੈਜ਼ ਟੂ ਬੀ ਅ ਜੁਆਇੰਟ ਐਫਰਟ, ਤਾਂ ਹੀ ਜਿਹੜੀ ਹੈਗੀ ਪੂਰੀ ਗੱਲ ਵੀ ਆਏਗੀ। ਉੱਪਰ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਲਾਸਟ ਜਾਂਦੇ ਕਿ ਇਹ ਨਾ ਸਮਝੋ ਕਿ ਹੁਣ ਇੱਥੇ ਗੈਂਗਵਾਰ ਦਾ ਅੰਤ ਹੋ ਗਿਆ ਹੈਗਾ। ਗੈਂਗਸਟਰਸ ਜਿਹੜੇ ਹੈਗੇ ਨੇ ਹੁਣ ਵੀ ਬਣ ਸਕਦੇ ਹੈਗੇ ਨੇ, ਮਾੜੀ ਜਿਹੀ ਠੱਲ ਪਏਗੀ, ਉਹਦੇ ਬਾਅਦ ਫੇਰ ਖੜੇ ਹੋ ਸਕਦੇ ਹਨ। ਸਾਨੂੰ ਸਾਰਿਆਂ ਨੂੰ ਲਗਾਤਾਰ ਚੌਕਸ ਹੋਣ ਦੀ ਲੋੜ ਹੈ। ਚਲੋ ਇੱਕ ਆਖਰੀ ਸਵਾਲ ਸ਼ਸ਼ੀਕਾਂਤ ਜੀ, ਹੋ ਸਕਦਾ ਤੁਸੀਂ ਇਹਦਾ ਜਵਾਬ ਮੈਨੂੰ ਨਾ ਦਿਓ, ਗੌਰਵ ਯਾਦਵ ਤੇ ਭਰੋਸਾ ਹੈ ਜਾਂ ਭਗਵੰਤ ਮਾਨ ਤੇ ਭਰੋਸਾ? No political questions for me, sir. ਚਲੋ ਥੈਂਕ ਯੂ ਵੈਰੀ ਮਚ ਸ਼ਸ਼ੀਕਾਂਤ, ਥੈਂਕ ਯੂ ਵੈਰੀ ਮਚ ਸ਼ਸ਼ੀਕਾਂਤ, ਥੈਂਕ ਯੂ ਵੈਰੀ ਮਚ ਸ਼ਸ਼ੀਕਾਂਤ, ਥੈਂਕ ਯੂ। ਅਹਿਬਾਬ ਗਰੇਵਾਲ ਤੁਹਾਡਾ ਬਹੁਤ ਧੰਨਵਾਦ, ਕਮਲ ਹਰਪ੍ਰੀਤ ਸਿੰਘ ਤੁਹਾਡਾ ਧੰਨਵਾਦ, ਮਿਸਟਰ ਪਟਲ ਤੁਹਾਡਾ ਧੰਨਵਾਦ, ਦੀਵਾਨ ਅਰੋੜਾ ਤੁਹਾਡਾ ਬਹੁਤ ਧੰਨਵਾਦ। ਕਿ ਇਨਕਾਊਂਟਰ ਹੀ ਆਖਰੀ ਹੱਲ? ਅਸੀਂ ਇਹ ਸਵਾਲ ਕੀਤਾ ਸੀ, ਇਸ ਸਵਾਲ ਦੇ ਜਵਾਬ ਵਿੱਚ ਬਹੁਤ ਸਾਰੇ ਤਰਕ ਸਾਡੇ ਸਾਹਮਣੇ ਆਏ ਆ, ਪਰ ਆਖਰੀ ਜਿਹੜਾ ਹਿੱਸਾ ਸਾਡੇ ਕੋਲ ਸਾਹਮਣੇ ਆਇਆ ਹੈ, ਗੈਂਗਸਟਰਵਾਦ ਖਤਮ ਹੋਣਾ ਮੰਨਿਆ ਨਹੀਂ ਜਾ ਸਕਦਾਗਾ। ਹਜੇ ਇਸ ਲਈ ਸਿਸਟਮ ਨੂੰ ਬਹੁਤ ਕੰਮ ਕਰਨਾ ਪਊਗਾ, ਉਸ ਸਿਸਟਮ ਨੂੰ ਵੀ ਕੰਮ ਕਰਨਾ ਪਊਗਾ ਜਿਹੜੀਆਂ ਤਾਰਾਂ ਵਿਦੇਸ਼ੀ ਮੁਲਕਾਂ ਦੇ ਵਿੱਚ ਹੈ, ਵਿਦੇਸ਼ਾਂ ਦੇ ਵਿੱਚ ਹੈ। ਪਰ ਇੱਥੋਂ ਜੇ ਗੈਂਗਸਟਰਵਾਦ ਨੂੰ ਕੋਈ ਪੈਟਰਨੇਜ ਦੇ ਰਿਹਾ, ਕੋਈ ਹੁਲਾਰਾ ਦੇ ਰਿਹਾ, ਉਹ ਕੜੀਆਂ ਜਦੋਂ ਤੱਕ ਨਹੀਂ ਲੱਭੀਆਂ ਜਾਣਗੀਆਂ, ਫਿਰ ਮੋਹਰਿਆਂ ਦੇ ਮਰੇ ਤੇ ਇੰਨੀ ਖੁਸ਼ੀ ਜਾਂ ਜਸ਼ਨ ਮਨਾਉਣ ਦਾ ਕੋਈ ਫਾਇਦਾ ਨਹੀਂ ਜਦੋਂ ਤੱਕ ਤੁਹਾਨੂੰ ਕੜੀ ਨਾ ਲੱਭੇ ਕਿ ਅਸਲ ਵਿੱਚ ਇਹ ਗੈਂਗਸਟਰ ਪੈਦਾ ਕਿੱਥੋਂ ਹੋਏ ਤੇ ਗੈਂਗਸਟਰਾਂ ਨੂੰ ਇਹ ਸਭ ਕੁਝ ਰੁੱਕਾ ਪਾਣੀ ਕਿਹਨੇ ਦਿੱਤਾ ਕਿ ਤੁਸੀਂ ਇਹਦਾ ਕਤਲ ਕਰ ਦਿਓ। ਇਹ ਸਵਾਲ ਬੜੇ ਮਹੱਤਵਪੂਰਨ ਹੈ ਤੇ ਇਹ ਸਵਾਲ ਮੌਜੂਦਾ ਸਰਕਾਰ ਦੇ ਅੱਗੇ ਖੜੇ। ਬਹੁਤ ਧੰਨਵਾਦ।